ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਇ। ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਗੁਰੂ ਪਾਤਸ਼ਾਹ ਜੀ ਵਰਤ ਰਹੇ ਹਨ। ਤੇ ਕੱਲ ਅਸਾਂ ਨੇ 15 ਪੌੜੀਆਂ ਸ਼੍ਰੀ ਜਪਜੀ ਸਾਹਿਬ ਜੀ ਦੀਆਂ ਗੁਰੂ ਬਖਸ਼ਿਸ਼ ਦੇ ਨਾਲ ਆਪਸ ਵਿੱਚ ਸਾਂਝੀਆਂ ਕੀਤੀਆਂ। ਤੇ ਇਹ ਜੋ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਪਏ ਹਨ, ਇਸ ਦਾ ਪਰਪਸ ਸਿਰਫ ਇੱਕ ਹੈ, ਹੋਰ ਕੋਈ ਪਰਪਸ ਨਹੀਂ। ਪਰਪਸ ਬਸ ਇਹੀ ਹੈ, ਕਿਸੇ ਢੰਗ ਨਾਲ ਅਸੀਂ ਗੁਰੂ ਦੇ ਸ਼ਬਦ ਦੇ ਪ੍ਰਤੀ ਪਿਆਰ ਪੈਦਾ ਕਰ ਲਈਏ। ਹਿਰਦੇ ਦੇ ਵਿੱਚ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਭਰੋਸਾ ਪੈਦਾ ਹੋ ਜਾਏ ਤੇ ਅਸੀਂ ਗੁਰੂ ਗੁਰੂ ਜਪਣਾ ਸ਼ੁਰੂ ਕਰੀਏ। ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰਾ ਮਨ ਭਇਆ ਨਿਧਾਨਾ। ਇੰਨਾ ਵੱਡਾ ਖਜ਼ਾਨਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਤੇ ਵੇਖੋ ਅਸੀਂ ਫੇਰ ਵੀ ਕੰਗਾਲਾਂ ਦੀ ਤਰ੍ਹਾਂ ਹੀ ਤੁਰੇ ਫਿਰਦੇ ਹਾਂ। ਸਾਨੂੰ ਭਰੋਸਾ ਬੱਝੇ, ਹੋਰ ਕੋਈ ਪਰਪਸ ਨਹੀਂ ਹੈ। ਅਰਥ ਤੇ ਆਪ ਜੀ ਕੋਈ ਵੀ ਐਪ ਦੇ ਕੇ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਪਰ ਜਿਸ ਵੇਲੇ ਗੁਰਸਿੱਖ ਪਿਆਰਿਆਂ ਦੀ ਸੁਰਤ ਇੱਕ ਜਗ੍ਹਾ ਉੱਤੇ ਇਕਾਗਰ ਹੋਵੇ ਤੇ ਗੁਰੂ ਮਹਾਰਾਜ ਜੀ ਵਰਤ ਜਾਂਦੇ ਨੇ। ਹੁਣੇ ਹੁਣੇ ਅਸਾਂ ਨੇ ਸਰਵਣ ਕੀਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰੱਬੀ ਬਾਣੀ, ਸ਼੍ਰੀ ਜਪਜੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ, 16ਵੀਂ ਪੌੜੀ, 16ਵੀਂ ਪੌੜੀ। ਤੇ ਆਪ ਜੀ ਨੂੰ ਪਤਾ ਹੋਏਗਾ ਸ਼੍ਰੀ ਜਪਜੀ ਸਾਹਿਬ ਜੀ ਦਾ ਅਸਲ ਵਿੱਚ ਨਾਮ ਸ਼੍ਰੀ ਜਪ ਸਾਹਿਬ ਹੈ। ਕਈ ਥਾਵਾਂ ਉੱਤੇ ਜਪ ਨਿਸ਼ਾਨ ਕਰਕੇ ਵੀ ਵਰਤਿਆ। ਅਸੀਂ ਸਤਿਕਾਰ ਦੇ ਨਾਲ ਸ਼੍ਰੀ ਜਪਜੀ ਸਾਹਿਬ ਜੀ ਨੂੰ ਸੰਬੋਧਨ ਕਰਦੇ ਹਾਂ, ਸਤਿਕਾਰ ਵਸ। ਜਪਜੀ ਜਪ ਦੇ ਨਾਲ ਜੀ ਸ਼ਬਦ ਲਾ ਕੇ। ਹੁਣ ਅਸੀਂ ਅਨੇਕਾਂ ਵਾਰ ਇਹ ਸ਼ਬਦ ਪੜ੍ਹਿਆ, ਪੰਚ ਪਰਵਾਨ ਪੰਚ ਪ੍ਰਧਾਨ। ਇੱਥੇ ਪੰਚ ਦਾ ਅਰਥ ਹੈ ਜੋ ਪਿੱਛੇ ਅਸਾਂ ਨੇ ਪੌੜੀਆਂ ਨੂੰ ਵਿਚਾਰਿਆ ਨਾ, ਸੁਣਿਆ ਦੀਆਂ ਪੌੜੀਆਂ ਆਈਆਂ 4। ਇਸ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ, ਫਿਰ ਮੰਨਣ ਦੀ ਅਵਸਥਾ ਪ੍ਰਾਪਤ ਹੋਈ। ਜਿਸ ਵੇਲੇ ਸਰੋਤ ਪੱਕੀ ਹੋ ਜਾਏ, ਵਿਸ਼ਵਾਸ ਪੱਕਾ ਹੋ ਜਾਏ, ਹਿਰਦਾ ਪਰਪੱਕਤਾ ਦੇ ਵਿੱਚ ਸ਼ਰਧਾ ਭਾਵਨਾ ਨਾਲ ਜੁੜ ਜਾਏ, ਫਿਰ ਜਾ ਕੇ
ਇਹ ਪੰਜ ਪ੍ਰਵਾਨ ਵਾਲੀ ਅਵਸਥਾ ਹੁੰਦੀ ਹੈ। ਗੁਰਬਾਣੀ ਦਾ ਇੱਕ ਇੱਕ ਹਰੂਫ ਅਵਸਥਾ ਹੈ। ਇਹ ਕੋਈ ਬੌਧਿਕ ਗਿਆਨ ਨਹੀਂ, ਇਹ ਕੋਈ ਅੱਖਰੀ ਗਿਆਨ ਨਹੀਂ। ਅਸੀਂ ਸੋਚੀਏ ਕਿ ਅਖੇ ਜੀ ਇਹ ਗੁਰਬਾਣੀ ਪੜ੍ਹ ਕੇ ਨਾ ਅਸੀਂ ਆਪਣੇ ਘਰ ਵਿੱਚ ਕਿਵੇਂ ਵਿਚਰਨਾ ਆ, ਸਾਨੂੰ ਇਹ ਸਿੱਖਿਆ ਮਿਲੇਗੀ। ਸੰਸਾਰ ਦੇ ਵਿੱਚ ਵਿਚਰਨ ਦੀ ਸਿੱਖਿਆ ਤੇ ਮਿਲੇਗੀ, ਪਰ ਅਸਲ ਵਿੱਚ ਗੁਰਬਾਣੀ ਇਸ ਕਰਕੇ ਹੈ ਕਿ ਤੂੰ ਰੱਬ ਹੋਣਾ ਹੈ, ਤੇਰਾ ਭਵਿੱਖ ਰੱਬ ਹੋਣਾ ਹੈ, ਪਰਮੇਸ਼ਵਰ ਵਿੱਚ ਲੀਨ ਹੋਣਾ ਹੈ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ। ਜਿਨ੍ਹਾਂ ਦੀ ਸੁਰਤ ਪਰਮੇਸ਼ਵਰ ਦੇ ਵਿੱਚ ਜੁੜ ਗਈ, ਅਸਲ ਵਿੱਚ ਉਹ ਹੀ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੁੰਦੇ ਹਨ। ਤੇ ਪੰਚ ਦਾ ਅਰਥ ਹੈ ਜਿਸ ਵੇਲੇ ਕੋਈ ਬ੍ਰਹਮ ਗਿਆਨੀ ਬਣ ਜਾਏ। ਇੱਥੇ ਪੰਚ ਦਾ ਅਰਥ ਹੈ ਬ੍ਰਹਮ ਗਿਆਨੀ। ਤੇ ਪਰਮਾਤਮਾ ਦੇ ਘਰ ਦੇ ਵਿੱਚ ਬ੍ਰਹਮ ਗਿਆਨੀ ਹੀ ਪ੍ਰਵਾਨ ਹੁੰਦਾ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ। ਤੇ ਕਹਿੰਦੇ ਨੇ ਜੋ ਬ੍ਰਹਮ ਗਿਆਨੀ ਹੈ ਉਹ ਹੀ ਅਸਲ ਵਿੱਚ ਸਾਰਿਆਂ ਦੇ ਆਗੂ ਹੁੰਦੇ ਨੇ। ਤੇ ਜਿਸ ਵੇਲੇ ਆਗੂ ਹੀ ਅੰਨੇ ਹੋਣ, ਦੱਸੋ ਦੂਜੇ ਨੂੰ ਰਾਹ ਕੀ ਦਿਖਾਉਣਗੇ। ਇਸ ਕਰਕੇ ਬ੍ਰਹਮ ਗਿਆਨੀਆਂ ਨੂੰ ਖੋਜਣ ਵਾਸਤੇ ਅੰਦਰ ਦੀ ਇਕਾਗਰਤਾ, ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਨਹੀਂ ਤੇ ਬ੍ਰਹਮ ਗਿਆਨੀਆਂ ਨੂੰ ਲੋੜ ਨਹੀਂ ਕਿ ਲੋਕਾਂ ਨੂੰ ਦੱਸਦੇ ਫਿਰਨ ਕਿ ਅਸੀਂ ਬ੍ਰਹਮ ਗਿਆਨੀ ਹਾਂ। ਮਹਾਰਾਜ ਜੀ ਕਹਿੰਦੇ ਨੇ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਹੋਈ ਆਤਮਾ ਹੀ ਰੱਬ ਦੇ ਘਰ ਵਿੱਚ ਪ੍ਰਵਾਨ ਹੁੰਦੀ ਹੈ। ਤੇ ਬ੍ਰਹਮ ਗਿਆਨੀ ਹੀ ਸਭ ਤੋਂ ਸ੍ਰੇਸ਼ਟ, ਸਭ ਤੋਂ ਸ਼੍ਰੋਮਣੀ ਹੁੰਦਾ ਹੈ। ਅੱਗੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਪੰਚੇ ਪਾਵਹਿ ਦਰਗਹਿ ਮਾਨ। ਪਰਮਾਤਮਾ ਦੇ ਘਰ ਦੇ ਵਿੱਚ, ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ ਸਿਰਫ ਸੰਤਾਂ ਮਹਾਂਪੁਰਖਾਂ ਨੂੰ ਹੀ ਪਰਮੇਸ਼ਵਰ ਦੇ ਘਰ ਵਿੱਚ ਸਤਿਕਾਰ ਪ੍ਰਾਪਤ ਹੁੰਦਾ ਹੈ। ਪੰਚੇ ਸੋਹਹਿ ਦਰ ਰਾਜਾਨ। ਤੇ ਰਾਜ ਦਰਬਾਰ ਜੋ ਸ੍ਰਿਸ਼ਟੀ ਦੇ ਵਿੱਚ ਹਨ, ਉੱਥੇ ਵੀ ਪੰਜ ਜਨਾਂ ਦੀ ਹੀ ਸ਼ੋਭਾ ਹੁੰਦੀ ਹੈ। ਕਹਿਣ ਦਾ ਅਰਥ ਜੋ ਪੂਰਨ ਬ੍ਰਹਮ ਗਿਆਨੀ ਹੋ ਚੁੱਕੇ ਹਨ ਤੇ ਰੱਬ ਦੇ ਘਰ ਦੇ ਵਿੱਚ ਵੀ, ਕਿਉਂਕਿ ਇੱਕ ਰਾਜ ਦਰਬਾਰ ਸ੍ਰਿਸ਼ਟੀ ਦੇ ਵਿੱਚ ਹਨ, ਇਸ ਮ੍ਰਿਤ ਮੰਡਲ ਵਿੱਚ, ਇਸ ਧਰਤੀ ਦੇ ਉੱਤੇ। ਤੇ ਸਭ ਤੋਂ ਵੱਡਾ ਦਰਬਾਰ ਹੈ ਸੱਚਖੰਡ, ਜਿੱਥੇ ਪਰਮੇਸ਼ਵਰ ਨਿਆਂ ਕਰਦਾ ਹੈ। ਤੇ ਜੋ ਸੰਤ ਮਹਾਪੁਰਸ਼ ਹਨ ਉਹ ਰਾਜ ਦਰਬਾਰਾਂ ਦੇ ਵਿੱਚ, ਸੱਚਖੰਡ ਦੇ ਵਿੱਚ ਸ਼ੋਭਾ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਪੰਚਾ ਕਾ ਗੁਰ ਏਕ ਧਿਆਨ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਸੰਤ ਮਹਾਪੁਰਸ਼ ਹਨ ਉਹਨਾਂ ਦਾ ਨਿਸ਼ਾਨਾ ਸਿਰਫ ਇੱਕ ਹੁੰਦਾ ਹੈ। ਨਿਸ਼ਾਨਾ ਕੀ ਇੱਕ ਹੁੰਦਾ ਹੈ? ਗੁਰੂ ਦੇ ਸ਼ਬਦ ਦੇ ਵਿੱਚ ਹਰ ਵੇਲੇ ਸੁਰਤ ਲੱਗੀ ਰਹਿੰਦੀ ਹੈ, ਉਹਨਾਂ ਦਾ ਧਿਆਨ ਇੱਧਰ ਉੱਧਰ ਖਿੰਡਦਾ ਨਹੀਂ। ਪੰਚਾ ਕਾ ਗੁਰ ਏਕ ਧਿਆਨ। ਸਿਰਫ ਗੁਰੂ ਹੀ ਨਿਸ਼ਾਨਾ ਹੈ, ਗੁਰੂ ਦੇ ਹੁਕਮ ਨੂੰ ਮੰਨਣਾ ਹੀ ਜ਼ਿੰਦਗੀ ਦਾ ਲਕਸ਼ ਹੈ। ਤੇ ਕਹਿੰਦੇ ਨੇ ਉਹਨਾਂ ਦਾ ਧਿਆਨ ਇਤਨਾ ਕੁ ਪਰਪੱਕ ਹੋ ਗਿਆ, ਗੁਰੂ ਦੇ ਸ਼ਬਦ ਦੇ ਵਿੱਚ ਹਰ ਦਮ ਹੀ ਜੁੜੇ ਰਹਿੰਦੇ ਹਨ। ਜੇ ਕੋ ਕਹੈ ਕਰੈ ਵਿਚਾਰ। ਜੇਕਰ ਕੋਈ ਇਸ ਗੱਲ ਦੀ ਵਿਚਾਰ ਕਰੇ ਕਿ ਸੰਤਾਂ ਮਹਾਪੁਰਸ਼ਾਂ ਦਾ ਜੀਵਨ ਕੈਸਾ ਹੈ, ਕਰਤੇ ਕੈ ਕਰਣਾ ਨਾਹੀ ਸੁਮਾਰ। ਤੇ ਉਸ ਪਰਮੇਸ਼ਵਰ ਦੀ ਕੁਦਰਤ ਦਾ ਕੋਈ ਵੀ ਲੇਖਾ ਨਹੀਂ ਪਾ ਸਕਦਾ। ਉਸ ਪਰਮੇਸ਼ਵਰ ਦੀ ਕੁਦਰਤ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਤੇ ਫਿਰ ਬ੍ਰਹਮ ਗਿਆਨੀ ਨੂੰ ਬਿਆਨ ਕੋਈ ਕਿਵੇਂ ਕਰ ਲਏਗਾ? ਕੁਦਰਤ ਪਰਮੇਸ਼ਵਰ ਵੱਲੋਂ ਸਿਰਜੀ ਹੋਈ ਇੱਕ ਦਾਤ ਹੈ। ਤੇ ਪਰਮੇਸ਼ਵਰ ਕੁਦਰਤ ਨੂੰ ਸਿਰਜ ਕੇ ਉਹਦੇ ਵਿੱਚ ਬਿਰਾਜਮਾਨ ਹੋ ਗਿਆ। ਤੇ ਜੋ ਬ੍ਰਹਮ ਗਿਆਨੀ ਹੈ ਉਹ ਤੇ ਪਰਮੇਸ਼ਵਰ ਦੇ ਵਿੱਚ ਲੀਨ ਹੋ ਗਿਆ। ਉਹਦੀ ਸਿਫਤ ਕੀ ਕੀਤੀ ਜਾ ਸਕਦੀ ਹੈ? ਧੌਲ ਧਰਮ ਦਇਆ ਕਾ ਪੂਤ। ਅਸੀਂ ਸੁਣਿਆ ਹੈ ਕਿ ਸ੍ਰਿਸ਼ਟੀ ਨੂੰ ਥੰਮਿਆ ਹੈ ਕਿ ਚਿੱਟੇ ਬਲਦ ਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸਲ ਵਿੱਚ ਉਹ ਜੋ ਬਲਦ ਹੈ ਨਾ, ਉਹ ਹੈ ਧਰਮ ਦਾ। ਧੌਲ ਧਰਮ ਦਇਆ ਕਾ ਪੂਤ। ਇੱਥੇ ਅਸੀਂ ਅਲਫਾਜ਼ ਦਇਆ ਵਰਤਾਂਗੇ। ਅਸੀਂ ਅਕਸਰ ਦਇਆ ਸ਼ਬਦ ਵਰਤਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਨੇ ਇਹਨੂੰ ਧਿਆਨ ਨਾਲ ਦੇਖ। ਧੌਲ ਧਰਮ ਦਇਆ ਕਾ ਪੂਤ। ਦਇਆ ਮਾਂ ਹੈ
ਤੇ ਧਰਮ ਉਹਦਾ ਪੁੱਤਰ ਹੈ। ਤੇ ਜੇਕਰ ਅਸੀਂ ਧਰਮੀ ਹਾਂ ਤੇ ਸਾਡੇ ਹਿਰਦੇ ਦੇ ਵਿੱਚ ਕਰੁਣਾ ਪੈਦਾ ਹੋਏਗੀ, ਸਾਡੇ ਹਿਰਦੇ ਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਸਤਿਕਾਰ ਪੈਦਾ ਹੋਏਗਾ ਤੇ ਉਹ ਜੋ ਕਣ ਕਣ ਵਿੱਚ ਵਸ ਰਿਹਾ ਹੈ ਸਾਰਿਆਂ ਦੇ ਪ੍ਰਤੀ ਸਾਡੇ ਹਿਰਦੇ ਦੇ ਵਿੱਚ ਤਰਸ ਭਾਵ ਆਏਗਾ, ਦਇਆ ਭਾਵ ਆਏਗਾ। ਕਿਉਂਕਿ ਜੇ ਮਾਂ ਨਹੀਂ ਤੇ ਦੱਸੋ ਪੁੱਤਰ ਕਿਵੇਂ, ਜੇਕਰ ਦਇਆ ਮਾਂ ਨਹੀਂ ਤੇ ਦੱਸੋ ਧਰਮ ਕਿਵੇਂ। ਧਰਮੀ ਬੰਦਾ ਕਦੀ ਵੀ ਕਿਸੇ ਨੂੰ ਚੋਟ ਨਹੀਂ ਪਹੁੰਚਾਉਂਦਾ, ਤੇ ਜੇ ਚੋਟ ਪਹੁੰਚਾਵੇ ਤਾਂ ਫਿਰ ਉਹ ਧਰਮੀ ਨਹੀਂ। ਸੰਤੋਖ ਥਾਪ ਰਖਿਆ ਜਿਨ ਸੂਤ, ਤੇ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ। ਜੇ ਕੋ ਬੁੱਝੈ ਹੋਵੈ ਸਚਿਆਰ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜੇਕਰ ਕੋਈ ਗੁਰੂ ਦੇ ਸ਼ਬਦ ਨੂੰ ਜਪ ਕੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਅਭਿਆਸ ਵਿੱਚ ਜੁੜ ਜਾਏ, ਗੁਰੂ ਦੇ ਅੱਗੇ ਅਰਦਾਸਾਂ ਤਰਲੇ ਕਰੇ, ਫਿਰ ਉਹ ਇਸ ਅਵਸਥਾ ਨੂੰ ਪ੍ਰਾਪਤ ਹੋਏਗਾ। ਫਿਰ ਉਹਦੇ ਅੰਦਰ ਪ੍ਰਕਾਸ਼ ਹੋਏਗਾ। ਸਚਿਆਰ ਦਾ ਅਰਥ ਹੈ ਉਹਦੇ ਅੰਦਰ ਪ੍ਰਕਾਸ਼ ਹੋ ਜਾਣ ਦੀ ਅਵਸਥਾ। ਤੇ ਜੇ ਕੋ ਬੁੱਝੈ, ਇੱਥੇ ਬੱਬੇ ਨੂੰ ਔਂਕੜ ਤੇ ਉੱਤੇ ਅਧਕ ਪਏਗਾ। ਜੇ ਕੋ ਬੁੱਝੈ ਹੋਵੈ ਸਚਿਆਰ, ਜੇ ਕੋਈ ਇਸ ਅਵਸਥਾ ਨੂੰ ਪ੍ਰਾਪਤ ਕਰ ਲਵੇ ਉਹ ਹੀ ਸਚਿਆਰ ਹੋ ਸਕਦਾ ਹੈ। ਇੱਥੇ ਬੁੱਝੇ ਦਾ ਅਰਥ ਦਿਮਾਗੀ ਤੌਰ ਤੇ ਬੁੱਝਣਾ ਨਹੀਂ ਹੈ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਧਵਲਾ ਉੱਪਰ ਕੇਤਾ ਭਾਰ। ਮਹਾਰਾਜ ਜੀ ਫਰਮਾਉਂਦੇ ਹਨ ਕਿ ਪੌਰਾਣਿਕ ਮਿੱਥ ਹੈ ਕਿ ਇਸ ਧਰਤੀ ਨੂੰ ਇੱਕ ਚਿੱਟੇ ਬਲਦ ਨੇ ਚੱਕਿਆ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਚਲੋ ਜੇ ਮੰਨ ਵੀ ਲਿਆ ਜਾਵੇ ਕਿ ਇਸ ਧਰਤੀ ਨੂੰ ਚਿੱਟੇ ਬਲਦ ਨੇ ਚੱਕਿਆ ਹੈ। ਧਰਤੀ ਹੋਰ ਪਰੈ ਹੋਰ ਹੋਰ। ਧਰਤੀ ਇੱਕ ਤਾਂ ਹੈ ਨਹੀਂ, ਅਨੇਕਾਂ ਧਰਤੀਆਂ ਨੇ। ਤੇ ਜੇਕਰ ਇਸ ਧਰਤੀ ਨੂੰ ਕਿਸੇ ਬਲਦ ਨੇ ਚੱਕਿਆ ਤੇ ਉਹਦੇ ਥੱਲੇ ਵੀ ਕੋਈ ਨਾ ਕੋਈ ਬਲਦ ਹੋਵੇਗਾ। ਤਿਸ ਤੇ ਭਾਰ ਤਲੈ ਕਵਣ ਜੋਰ। ਤੇ ਜੇ ਅਸੀਂ ਇਸ ਢੰਗ ਦੇ ਨਾਲ ਗਿਣਤੀ ਕਰੀਏ ਕਿ ਇਸ ਧਰਤੀ ਨੂੰ ਇੱਕ ਚਿੱਟੇ ਬਲਦ ਨੇ ਆਪਣੇ ਸਿੰਗਾਂ ਤੇ ਚੁੱਕਿਆ ਹੈ, ਤੇ ਉਸ ਬਲਦ ਨੂੰ ਆਸਰੇ ਵਾਸਤੇ ਇੱਕ ਹੋਰ ਧਰਤੀ ਚਾਹੀਦੀ ਹੈ, ਤੇ ਫਿਰ ਅੱਗੇ ਉਸ ਧਰਤੀ ਨੂੰ ਆਸਰੇ ਵਾਸਤੇ ਥੱਲੇ ਹੋਰ ਬਲਦ ਚਾਹੀਦਾ ਹੈ ਜਿਨਨੇ ਆਪਣੇ ਸਿੰਗਾਂ ਉੱਤੇ ਉਸ ਧਰਤੀ ਨੂੰ ਚੁੱਕਿਆ। ਮਹਾਰਾਜ ਜੀ ਕਹਿੰਦੇ ਨੇ ਇਸ ਢੰਗ ਦੇ ਨਾਲ ਜੇ ਗਿਣਤੀ ਕਰੀਏ ਇਸ ਹਿਸਾਬ ਨਾਲ ਤੇ ਨਾ ਬਲਦ ਮੁੱਕਣੇ ਨੇ, ਨਾ ਬਲਦਾਂ ਦੀ ਗਿਣਤੀ ਮੁੱਕਣੀ, ਨਾ ਧਰਤੀਆਂ ਦੀ ਗਿਣਤੀ ਮੁੱਕਣੀ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਸਿਰਫ ਪੌਰਾਣਿਕ ਮਿੱਥ ਹੈ। ਅਸੀਂ ਅਨੇਕਾਂ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਦੇਖਦੇ ਹਾਂ, ਉਹ ਕਹਿੰਦੇ ਨੇ ਕਿ ਭੁਚਾਲ ਜਿਸ ਵੇਲੇ ਆਉਂਦਾ ਹੈ ਨਾ, ਅਰਥਕੁਏਕ ਆਉਂਦਾ ਹੈ, ਜਿਸ ਵੇਲੇ ਬਲਦ ਦਾ ਇੱਕ ਸਿੰਗ ਥੱਕ ਜਾਂਦਾ ਹੈ ਕਿ ਭਾਰ ਜ਼ਿਆਦਾ ਹੀ ਪੈ ਗਿਆ, ਕੁਝ ਹੁਣ ਚੇਂਜ ਕਰ ਲਈਏ। ਜਿਸ ਵੇਲੇ ਉਹ ਚਿੱਟਾ ਧੌਲਾ ਬਲਦ ਆਪਣੇ ਇੱਕ ਸਿੰਗ ਤੋਂ ਭਾਰ ਚੁੱਕ ਕੇ ਦੂਜੇ ਸਿੰਗ ਤੇ ਟਿਕਾਉਂਦਾ, ਕਹਿੰਦੇ ਨੇ ਅਰਥਕੁਏਕ ਆਉਂਦਾ। ਉਸ ਵੇਲੇ ਭੁਚਾਲ ਆਉਂਦਾ ਹੈ, ਉਸ ਵੇਲੇ ਧਰਤੀ ਉੱਤੇ ਹਲਚਲ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਕੋਈ ਬਾਤ ਨਹੀਂ। ਅਸਲ ਵਿੱਚ ਕਣ ਕਣ ਵਿੱਚ ਸਾਰੀਆਂ ਧਰਤੀਆਂ ਤੇ ਖੰਡਾਂ ਬ੍ਰਹਿਮੰਡਾਂ ਨਕਸ਼ਤਰ ਤਾਰੇ ਸਿਆਰਿਆਂ ਨੂੰ ਟਿਕਾਉਣ ਵਾਲਾ ਸਿਰਫ ਪਰਮੇਸ਼ਵਰ ਦਾ ਹੁਕਮ ਹੈ, ਪਰਮੇਸ਼ਵਰ ਦੀ ਸ਼ਕਤੀ ਹੈ। ਅਸਲ ਵਿੱਚ ਕੋਈ ਚਿੱਟਾ ਬਲਦ ਨਹੀਂ ਹੈ। ਜੀ ਜਾਤ ਰੰਗਾ ਕੇ ਨਾਵ। ਇਸ ਸ੍ਰਿਸ਼ਟੀ ਵਿੱਚ ਕਈ ਜਾਤਾਂ ਦੇ ਜੀਵ ਹਨ, ਕਈ ਰੰਗਾਂ ਦੇ ਉਹਨਾਂ ਦੇ ਨਾਮ ਹਨ। ਅਨੇਕਾਂ ਹੀ ਜੀਵ ਹਨ, ਅਨੇਕਾਂ ਹੀ ਕਿਸਮਾਂ ਹਨ, ਅਨੇਕਾਂ ਹੀ ਉਹਨਾਂ ਜੀਵਾਂ ਦੇ ਨਾਮ ਮਨੁੱਖ ਨੇ ਘੜੇ ਹਨ। ਸਭਨਾ ਲਿਖਿਆ ਬੜੀ ਕਲਾਮ। ਤੇ ਨਿਰੰਤਰ ਉਸ ਪਰਮੇਸ਼ਵਰ ਦੀ ਹੁਕਮ ਦੀ ਕਲਮ ਸਾਰਿਆਂ ਦਾ ਲੇਖਾ ਜੋਖਾ ਕਰਦੀ ਪਈ ਹੈ। ਇਹੋ ਲੇਖਾ ਲਿਖ ਜਾਣਾ ਕੋਇ। ਕੋਈ ਵਿਰਲਾ ਹੀ ਬ੍ਰਹਮ ਗਿਆਨੀ ਇਸ ਲੇਖੇ ਨੂੰ ਸਮਝਦਾ ਹੈ। ਕਿਹੜੇ ਲੇਖੇ ਨੂੰ? ਕਿ ਪਰਮੇਸ਼ਵਰ ਹੀ ਸਭ ਤੋਂ ਵੱਡਾ ਸ਼ਕਤੀਸ਼ਾਲੀ ਹੈ, ਸਭ ਤੋਂ ਵੱਡਾ ਹੈ। ਇਸ ਕਰਕੇ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਪਰਮੇਸ਼ਵਰ ਸਵਰੂਪ ਹੋਣਾ ਹੈ। ਤੇ ਪਰਮੇਸ਼ਵਰ ਦਾ ਅੰਤ ਪਾਉਣ ਵਾਲੇ ਪਾਸੇ ਨਹੀਂ ਚੱਲਣਾ, ਕੁਦਰਤ ਦਾ ਅੰਤ ਪਾਉਣ ਵਾਲੇ ਪਾਸੇ ਨਹੀਂ ਚੱਲਣਾ, ਆਪਣੇ ਆਪ ਨੂੰ ਵੱਡਾ ਨਹੀਂ ਗਣਾਉਣਾ। ਪਰਮੇਸ਼ਵਰ ਹੀ ਸਭ ਤੋਂ ਵੱਡਾ ਹੈ। ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਤਾਂ ਹੋ ਸਕਦੀ ਹੈ, ਅੰਤ ਨਹੀਂ ਪਾ ਸਕਦੀ। ਅਸੀਂ ਛੋਟੇ ਹੁੰਦਿਆਂ ਇੱਕ ਸਾਖੀ ਸੁਣਦੇ ਸਾਂ
ਕਿ ਸਮੁੰਦਰ ਦੇ ਵਿੱਚ ਕੁਝ ਕੁ ਲੂਣ ਦੀਆਂ ਡਲੀਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ ਕਿ ਭੈਣੇ ਸੁਣਿਆ ਕਿ ਸਮੁੰਦਰ ਬੜਾ ਡੂੰਘਾ ਹੈ। ਦੂਜੀ ਲੂਣ ਦੀ ਡਲੀ ਕਹਿਣ ਲੱਗੀ ਹਾਂ ਸੁਣਿਆ ਤੇ ਮੈਂ ਵੀ। ਚਲੋ ਫਿਰ ਚੁੱਭੀ ਮਾਰ ਕੇ ਦੇਖ ਕੇ ਆਈਏ। ਕਹਿੰਦੇ ਨੇ ਇੱਕ ਡਲੀ ਨੇ ਛਾਲ ਮਾਰੀ ਉਸ ਸਮੁੰਦਰ ਵਿੱਚ, ਕਾਫੀ ਸਮਾਂ ਬਤੀਤ ਹੋ ਗਿਆ, ਵਾਪਸ ਨਹੀਂ ਆਈ। ਫਿਰ ਦੂਜੀ ਡਲੀ ਨੇ ਛਾਲ ਮਾਰੀ, ਕਾਫੀ ਸਮਾਂ ਹੋ ਗਿਆ, ਅਜੇ ਤੱਕ ਵਾਪਸ ਨਹੀਂ ਆਈ। ਤੇ ਲੇਖਕ ਕਹਿੰਦਾ ਹੈ ਕਿ ਕਈ ਯੁੱਗ ਹੀ ਬੀਤ ਗਏ ਨੇ, ਅਜੇ ਤੱਕ ਉਹ ਦੋਵੇਂ ਡਲੀਆਂ ਵਾਪਸ ਨਹੀਂ ਆਈਆਂ, ਲੂਣ ਦੀਆਂ ਡਲੀਆਂ। ਤੇ ਜਦੋਂ ਪੁੱਛਿਆ ਕਿਉਂ ਨਹੀਂ ਵਾਪਸ ਆਈਆਂ, ਉਹ ਅੰਦਰ ਜਾ ਕੇ ਗਹਿਰਾਈ ਨਾਪ ਕੇ ਵਾਪਸ ਆ ਜਾਣ, ਇਸੇ ਉਡੀਕ ਵਿੱਚ ਅਜੇ ਤੱਕ ਲੇਖਕ ਬੈਠਾ ਹੈ। ਪਰ ਕਹਿੰਦੇ ਨੇ ਅੰਦਰੋਂ ਆਵਾਜ਼ ਆਈ, ਜਿਸ ਵੇਲੇ ਉਹਨਾਂ ਨੇ ਅੰਦਰ ਚੁੱਭੀ ਲਾਈ, ਉਸੇ ਵੇਲੇ ਉਸ ਸਮੁੰਦਰ ਦੇ ਵਿੱਚ ਘੁਲ ਗਈਆਂ, ਸਮੁੰਦਰ ਦਾ ਰੂਪ ਹੋ ਗਈਆਂ। ਜੋ ਸਮੁੰਦਰ ਦਾ ਰੂਪ, ਸਾਗਰ ਦਾ ਰੂਪ, ਜਲ ਦਾ ਸਰੂਪ ਹੋ ਜਾਂਦੀਆਂ ਨੇ, ਉਹ ਬਾਹਰ ਆ ਕੇ ਕਿਵੇਂ ਦੱਸਣ ਕਿ ਕਿੰਨੀ ਗਹਿਰਾਈ ਹੈ। ਇਸ ਕਰਕੇ ਪਰਮੇਸ਼ਵਰ ਦਾ, ਗੁਰੂ ਦੇ ਸ਼ਬਦ ਦਾ ਅੰਤ ਪਾਉਣ ਦਾ ਯਤਨ ਕਰਨਾ ਨਿਰਾਰਥਕ ਹੈ। ਅਸੀਂ ਇੱਕ ਓਂਕਾਰ ਦੇ ਵਿੱਚ ਲੀਨ ਹੋ ਸਕੀਏ, ਇਸ ਕਰਕੇ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਣਾ ਹੈ। ਲੇਖਾ ਲਿਖਿਆ ਕੀਤਾ ਹੋਏ। ਪਰਮੇਸ਼ਵਰ ਦਾ ਕੋਈ ਵੀ ਲੇਖਾ ਨਹੀਂ ਕਰ ਸਕਦਾ। ਤੇ ਜੇਕਰ ਕੋਈ ਅੰਦਾਜ਼ਾ ਲਾ ਵੀ ਲਵੇ ਕਿ ਉਹ ਪਰਮੇਸ਼ਵਰ ਕਿੱਡਾ ਵੱਡਾ ਹੈ, ਕੀਤਾ ਤਾਣ ਸਵਾਲਿਓ ਰੂਪ। ਪਰਮੇਸ਼ਵਰ ਦਾ ਕੋਈ ਵੀ ਲੇਖਾ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਵਰ ਦਾ ਕੇਤਾ ਤਾਣ, ਤਾਣ ਕਹੀਏ ਜੀ ਬਲ ਨੂੰ, ਤਾਣ ਕਹੀਏ ਜੀ ਤਾਕਤ ਨੂੰ। ਕਹਿਣ ਲੱਗੇ ਉਸ ਪਰਮੇਸ਼ਵਰ ਦਾ ਬਲ ਅਥਾਹ ਹੈ। ਤੇ ਸਵਾਲਿਓ ਕਹਿੰਦੇ ਨੇ ਸੁੰਦਰ ਨੂੰ, ਸ਼ੋਭਨੀਕ ਨੂੰ। ਤੇ ਪਰਮੇਸ਼ਵਰ ਦਾ ਜੋ ਸਵਰੂਪ ਹੈ ਅਤੀ ਸ਼ੋਭਨੀਕ ਹੈ। ਸਾਰਿਆਂ ਦੇ ਵਿੱਚ ਉਹਦੀ ਹੀ ਸੁੰਦਰਤਾ ਸਾਰੀ ਸ੍ਰਿਸ਼ਟੀ ਦੇ ਵਿੱਚ ਪਸਰਦੀ ਪਈ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਪਰਮੇਸ਼ਵਰ ਜੇਕਰ ਬੇਅੰਤ ਹੈ, ਉਹਦੀਆਂ ਦਾਤਾਂ ਵੀ ਬੇਅੰਤ ਹਨ। ਤੇ ਇੱਥੇ ਕੀਤੀ ਦਾਤ, ਇੱਥੇ ਵਿਸ਼ਰਾਮ ਹੈ। ਜਾਣੈ ਕੌਣ ਕੂਤ, ਇੱਥੇ ਕੌਣ ਕਹਿਣਾ ਹੈ, ਕੌਣ ਨਹੀਂ ਕਹਿਣਾ। ਇੱਥੇ ਕੂਤ ਦਾ ਅਰਥ ਹੈ ਅੰਦਾਜ਼ਾ, ਕੂਤ ਦਾ ਅਰਥ ਹੈ ਐਸਟੀਮੇਟ। ਪਰਮੇਸ਼ਵਰ ਬੇਅੰਤ ਹੈ, ਪਰਮੇਸ਼ਵਰ ਦੀਆਂ ਦਾਤਾਂ ਬੇਅੰਤ ਹਨ। ਨਾ ਤੇ ਪਰਮੇਸ਼ਵਰ ਦਾ ਕੋਈ ਅੰਦਾਜ਼ਾ ਲਾ ਸਕਦਾ ਹੈ, ਨਾ ਹੀ ਉਹਦੀਆਂ ਦਾਤਾਂ ਦਾ ਅੰਦਾਜ਼ਾ ਲਾ ਸਕਦਾ ਹੈ ਕਿ ਪਰਮੇਸ਼ਵਰ ਤੇ ਉਹਦੀਆਂ ਦਾਤਾਂ ਕਿੱਥੇ ਕੁ ਜਾ ਕੇ ਮੁੱਕ ਜਾਂਦੀਆਂ ਹਨ, ਕਿੱਥੇ ਕੁ ਜਾ ਕੇ ਉਹਦਾ ਸਿਰਾ ਲੱਭ ਸਕਦਾ ਹੈ। ਕੀਤਾ ਪਸਾਓ ਏਕੋ ਕਵਾਓ। ਪਰਮੇਸ਼ਵਰ ਨੇ ਆਪਣੇ ਹੁਕਮ ਦੇ ਨਾਲ, ਇੱਕੋ ਬਚਨ ਦੇ ਨਾਲ ਸਾਰਾ ਸੰਸਾਰ ਬਣਾ ਦਿੱਤਾ। ਤਿਸ ਤੇ ਹੋਏ ਲੱਖ ਦਰਿਆਓ। ਪਰਮੇਸ਼ਵਰ ਨੇ ਬਸ ਇੱਕ ਬਚਨ ਕੀਤਾ ਤੇ ਇੱਥੇ ਹੁਣ ਆਪ ਜੀ ਦੇਖੋ 99,99,999 ਦਰਿਆਵਾਂ ਦੇ ਨਿਰਮਾਣ ਦੀ ਬਾਤ ਕੀਤੀ। ਤਿਸ ਤੇ ਹੋਏ ਲੱਖ, ਇਹਨੂੰ ਦਰਿਆਓ ਨਹੀਂ ਕਹਿਣਾ, ਇਹ ਹੈ ਦਰਿਆਓ। ਦਰਿਆਓ, ਦੱਦਾ ਰਾਰੇ ਨੂੰ ਬਿਹਾਰੀ ਹੈ, ਪਰ ਅਸੀਂ ਦਰਿਆਓ ਹੀ ਕਹਿ ਦਿੰਦੇ ਹਾਂ। ਮਹਾਰਾਜ ਜੀ ਫਰਮਾਉਂਦੇ ਨੇ ਪਰਮੇਸ਼ਵਰ ਨੇ ਇੱਕੋ ਹੀ ਵਚਨ ਕੀਤਾ ਤੇ 99 ਲੱਖ ਤੋਂ ਵੱਧ ਦਰਿਆਵਾਂ ਦੀ ਸਿਰਜਣਾ ਹੋ ਗਈ। ਤੇ ਜਦ ਕਿ ਇਸ ਸ੍ਰਿਸ਼ਟੀ ਦੇ ਉੱਤੇ ਇਤਨੇ ਦਰਿਆ ਨਹੀਂ ਹਨ। ਇਸ ਦਾ ਅਰਥ ਹੈ ਅਨੇਕਾਂ ਧਰਤੀਆਂ ਹਨ, ਅਨੇਕਾਂ ਧਰਤੀਆਂ ਦੇ ਉੱਤੇ ਅਨੇਕਾਂ ਹੀ ਦਰਿਆ ਹਨ, ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਹੈ। ਕੁਦਰਤ ਕਵਣ ਕਹਾ ਵਿਚਾਰ। ਮਹਾਰਾਜ ਜੀ ਫਰਮਾਉਂਦੇ ਹਨ ਮੇਰੇ ਵਿੱਚ ਹੇ ਦਾਤਾ ਜੀ ਕੋਈ ਸੂਝ ਨਹੀਂ, ਕੋਈ ਸਮਝ ਨਹੀਂ, ਕੋਈ ਸ਼ਕਤੀ ਨਹੀਂ ਕਿ ਮੈਂ ਤੇਰੀ ਕੁਦਰਤ ਦੀ ਕਿਸੇ ਕਿਸਮ ਦੀ ਵਿਚਾਰ ਕਰ ਸਕਾਂ, ਮੈਂ ਕੁਦਰਤ ਦੀ ਸਿਫਤ ਕਰ ਸਕਾਂ। ਜੇ ਦਾਤਿਆ ਤੇਰੀ ਕੁਦਰਤ ਦੀ ਸਿਫਤ ਨਹੀਂ ਕਰ ਸਕਦਾ ਤੇ ਦੱਸ ਦਾਤਿਆ ਤੇਰੀ ਕਿਵੇਂ ਸਿਫਤ ਕਰ ਸਕਦਾ ਹਾਂ। ਵਾਰਿਆ ਨਾ ਜਾਵਾ ਏਕ ਵਾਰ। ਮੇਰੇ ਵਿੱਚ ਇੰਨੀ ਵੀ ਸਮਰੱਥਾ ਨਹੀਂ ਕਿ ਮੈਂ ਇੱਕ ਵਾਰੀ ਵੀ ਤੇਰੀ ਇਸ ਕੁਦਰਤ ਤੋਂ ਬਲਿਹਾਰਨੇ ਜਾ ਸਕਾਂ, ਮੈਂ ਵਾਰਨੇ ਜਾ ਸਕਾਂ, ਕਿਉਂਕਿ ਮੇਰੀ ਹਸਤੀ ਬਹੁਤ ਤੁੱਛ ਹੈ। ਇੱਕ ਸਾਗਰ ਦੇ ਸਾਹਮਣੇ ਇੱਕ ਬੂੰਦ ਦੀ ਹਸਤੀ ਤੁੱਛ ਹੀ ਹੁੰਦੀ ਹੈ। ਤੇ ਕਹਿੰਦੇ ਨੇ ਹੇ ਅਕਾਲ ਪੁਰਖ, ਹੇ ਪਰਮੇਸ਼ਵਰ ਜੀਓ,
ਮੈਂ ਇੱਕ ਵਾਰੀ ਵੀ ਨਾ ਤੁਹਾਡੇ ਤੋਂ ਨਾ ਤੁਹਾਡੀ ਕੁਦਰਤ ਤੋਂ ਸਦਕੇ ਜਾ ਸਕਦਾ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਮੈਨੂੰ ਸਮਝ ਪਈ ਹੈ ਦਾਤਾ ਜੀ, ਆਪ ਜੀ ਜੋ ਵੀ ਹੁਕਮ ਦਾ ਵਰਤਾਰਾ ਵਰਤਾਉਂਦੇ ਹੋ ਹਰ ਇੱਕ ਕਾਰਜ ਭਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਅਸੀਂ ਸ਼ਬਦ ਤੂੰ ਨਹੀਂ ਵਰਤਣਾ, ਅਸੀਂ ਤੂੰ ਵਰਤ ਦਿੰਦੇ ਹਾਂ। ਤੱਤੇ ਨੂੰ ਦੁਲੈਂਕੜ ਉੱਤੇ ਟਿੱਪੀ, ਇੱਥੇ ਅਸੀਂ ਤੂੰ ਕਹਿਣਾ ਹੈ। ਤੂੰ ਇੱਥੇ ਵਿਸ਼ਰਾਮ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਪਰਮੇਸ਼ਵਰ ਜੀਓ, ਤੁਹਾਡੀ ਕਦੀ ਵੀ ਮੌਤ ਨਹੀਂ ਹੁੰਦੀ। ਤੁਸੀਂ ਸਦੀਵ ਕਾਲ ਅਟਲ ਰਹਿਣ ਵਾਲੇ ਹੋ ਤੇ ਤੁਸੀਂ ਆਕਾਰ ਤੋਂ ਰਹਿਤ ਹੋ। ਸਾਰੇ ਆਕਾਰ ਬਣਾਏ ਤੁਸੀਂ ਹਨ, ਪਰ ਤੁਸੀਂ ਆਕਾਰ ਬਣਾ ਕੇ ਇਹਨਾਂ ਵਿੱਚ ਸਮਾ ਗਏ ਤੇ ਆਪ ਆਕਾਰਾਂ ਵਿੱਚ ਵਿਚਰ ਕੇ ਵੀ ਨਿਰਆਕਾਰ ਹੋ। ਪ੍ਰਕਾਸ਼ ਸਵਰੂਪ ਹੋ, ਆਤਮ ਸਵਰੂਪ ਹੋ, ਜੋਤ ਸਵਰੂਪ ਹੋ। ਤੇ ਜੇ ਅਸੀਂ ਹੁਣ ਇਹ ਕਹੀਏ ਕਿ ਦੇਖੋ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਇਹਨੂੰ ਸਾਈ ਨਹੀਂ ਕਹਿਣਾ, ਸਾਈ ਹੀ ਕਹਿਣਾ, ਨਹੀਂ ਤੇ ਅਰਥ ਦਾ ਅਨਰਥ ਹੋ ਜਾਏਗਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਅਵਸਥਾ ਹੈ ਜਿਸ ਅਵਸਥਾ ਤੇ ਜਾ ਕੇ ਮੌਤ ਵੀ ਸਾਈ ਭਲੀ ਕਾਰ ਪ੍ਰਤੀਤ ਹੁੰਦੀ ਹੈ। ਜਿਸ ਅਵਸਥਾ ਤੇ ਜਾ ਕੇ ਬੰਦ ਕੱਟਿਆ ਜਾਣਾ ਵੀ ਸਾਈ ਭਲੀ ਕਾਰ ਪ੍ਰਤੀਤ ਹੁੰਦੀ ਹੈ। ਜਿਸ ਅਵਸਥਾ ਤੇ ਜਾ ਕੇ ਭੁੱਖ ਦੁੱਖ ਉਹ ਵੀ ਉਹਦੀ ਦਾਤ ਪ੍ਰਤੀਤ ਹੁੰਦੀ ਹੈ। ਦਾਸ ਫਿਰ ਤੋਂ ਬੇਨਤੀ ਕਰੇ, ਅਵਸਥਾਵਾਂ ਦਾ ਜ਼ਿਕਰ ਹੈ। ਕੇਤਿਆ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾ। ਪਰ ਸਾਡੀ ਅਵਸਥਾ ਇਹੋ ਜਿਹੀ ਹੈ, ਸਾਡੇ ਸਿਰ ਤੇ ਥੋੜਾ ਜਿਹਾ ਕਰਜ਼ਾ ਚੜਿਆ, ਸਾਨੂੰ ਥੋੜੀ ਤਕਲੀਫ ਹੋਈ, ਸਰੀਰਕ ਰੋਗ ਲੱਗਾ, ਉਸੇ ਵੇਲੇ ਸਾਡੀਆਂ ਚੀਕਾਂ ਨਿਕਲ ਜਾਂਦੀਆਂ। ਇਹਦਾ ਅਰਥ ਇਹ ਹੈ ਕਿ ਪੜਨ ਵਾਲਿਆ ਤੂੰ ਪੜ੍ਹ ਤੇ ਲਿਆ, ਜੋ ਤੁਧ ਭਾਵੈ ਸਾਈ ਭਲੀ ਕਾਰ। ਅਜੇ ਇਹ ਰੰਗ ਮਾਣਿਆ ਨਹੀਂ, ਅਜੇ ਇਹ ਅਵਸਥਾ ਤੂੰ ਜਾਣੀ ਨਹੀਂ, ਅਜੇ ਤੂੰ ਆਤਮਿਕ ਪੱਧਰ ਤੇ ਇਸ ਅਵਸਥਾ ਵਿੱਚ ਜਿਉਂਦਾ ਨਹੀਂ। ਤੇ ਜਿਸ ਵੇਲੇ ਜੀਵੇਂਗਾ ਉਸ ਵੇਲੇ ਤੈਨੂੰ ਜਨਮ ਤੇ ਮਰਨ ਇੱਕੋ ਜਿਹਾ ਪ੍ਰਤੀਤ ਹੋਏਗਾ। ਉਸ ਵੇਲੇ ਤੈਨੂੰ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਵਰਤਾਰਾ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ ਤੈਨੂੰ ਇੰਜ ਮਹਿਸੂਸ ਹੋਏਗਾ, ਜੋ ਤੁਧ ਭਾਵੈ। ਹੇ ਮੇਰੇ ਮਾਲਕ ਜੀ, ਜੇ ਤੁਹਾਨੂੰ ਚੰਗਾ ਲੱਗਾ ਤੇ ਉਹ ਚੀਜ਼ ਹੁਣ ਮੈਨੂੰ ਵੀ ਚੰਗੀ ਲੱਗੀ। ਪਰ ਜੋ ਪਰਮੇਸ਼ਵਰ ਨੂੰ ਚੰਗੀ ਲੱਗਦੀ ਚੀਜ਼ ਸਾਨੂੰ ਤੇ ਚੰਗੀ ਲੱਗਦੀ ਨਹੀਂ। ਕਿਉਂਕਿ ਸਾਨੂੰ ਬਚਪਨਾ ਚੰਗਾ ਲੱਗਾ, ਪਰ ਪਰਮੇਸ਼ਵਰ ਨੇ ਜਵਾਨੀ ਬਖਸ਼ਤੀ। ਸਾਨੂੰ ਜਵਾਨੀ ਚੰਗੀ ਲੱਗੀ, ਪਰਮੇਸ਼ਵਰ ਨੇ ਹੁਣ ਬੁਢਾਪਾ ਬਖਸ਼ ਦਿੱਤਾ। ਤੇ ਬੁਢਾਪਾ ਕਿਸੇ ਨੂੰ ਵੀ ਪ੍ਰਵਾਨ ਨਹੀਂ ਹੁੰਦਾ, ਬੁਢਾਪਾ ਕਿਸੇ ਨੂੰ ਪ੍ਰਵਾਨ ਨਹੀਂ। ਸ਼ਕਤੀ ਪ੍ਰਵਾਨ ਹੈ ਪਰ ਕਮਜ਼ੋਰੀ ਪ੍ਰਵਾਨ ਨਹੀਂ। ਬੰਦੇ ਨੂੰ ਅਮੀਰੀ ਪ੍ਰਵਾਨ ਹੈ, ਗਰੀਬੀ ਪ੍ਰਵਾਨ ਨਹੀਂ। ਬੰਦੇ ਨੂੰ ਗਿਆਨ ਪ੍ਰਵਾਨ ਹੈ, ਅਗਿਆਨ ਪ੍ਰਵਾਨ ਨਹੀਂ। ਬੰਦੇ ਨੂੰ ਇੱਜ਼ਤ ਪ੍ਰਵਾਨ ਹੈ, ਬੇਇੱਜ਼ਤੀ ਪ੍ਰਵਾਨ ਨਹੀਂ। ਤੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਜਿਸ ਵੇਲੇ ਕਿਰਪਾ ਵਰਤਦੀ ਹੈ ਤੇ ਉਸ ਵੇਲੇ ਇੰਜ ਲੱਗਦਾ ਹੈ ਜੋ ਕੁਝ ਵੀ ਵਰਤ ਰਿਹਾ, ਜੋ ਕੁਝ ਵੀ ਮਿਲ ਰਿਹਾ, ਹਰ ਚੀਜ਼ ਪਰਮੇਸ਼ਵਰ ਦੀ ਆਗਿਆ ਵਿੱਚ ਹੈ ਤੇ ਮੈਨੂੰ ਚੰਗੀ ਲੱਗਦੀ ਹੈ। ਅਸੰਖ ਜਪ ਅਸੰਖ ਭਾਉ। ਪਰਮੇਸ਼ਵਰ ਦੀ ਆਗਿਆ ਦੇ ਵਿੱਚ ਇੱਥੇ ਅਸੰਖ ਸ਼ਬਦ ਵਰਤਿਆ। ਅਸੰਖ ਤੋਂ ਭਾਵ ਹੈ ਜਿਹਦੀ ਗਿਣਤੀ ਕੋਈ ਨਹੀਂ, ਅਣਗਿਣਤ। ਅਸੰਖ ਜਪ, ਮਤ ਸੋਚੀ ਕਿ ਤੂੰ ਇਕੱਲਾ ਹੀ ਜਪ ਤਪ ਕਰਦਾ ਹੈ। ਇੱਥੇ ਪਤਾ ਨਹੀਂ ਕਿਤਨੇ ਕੁ ਜੀਵ ਜੋ ਸਰੀਰ ਧਾਰ ਕੇ ਜਪ ਤਪ ਕਰਦੇ ਪਏ ਨੇ, ਤੇ ਕਈ ਬਿਨਾਂ ਸਰੀਰ ਤੋਂ ਅਦ੍ਰਿਸ਼ਟ ਲੋਕ ਵੀ ਜਪ ਤਪ ਕਰਦੇ ਨੇ। ਅਸੰਖ ਜਪ, ਬੜਾ ਜਾਪ ਕਰਦੇ ਨੇ। ਅਸੰਖ ਭਾਉ, ਤੇ ਹਰੇਕ ਦੇ ਪਿਆਰ ਕਰਨ ਦਾ ਢੰਗ ਵੱਖੋ ਵੱਖਰਾ ਹੈ। ਬੇਅੰਤ ਲੋਕ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਹਨ। ਸ੍ਰਿਸ਼ਟੀ ਦੇ ਵਿੱਚ ਪਿਆਰ ਦਾ ਵਰਤਾਰਾ ਵੱਖੋ ਵੱਖਰਾ ਹੈ, ਕੱਲਾ ਤੇਰੇ ਵਿੱਚ ਹੀ ਪਿਆਰ ਨਹੀਂ। ਜੀਵਾਂ ਦੇ ਗਿਣਤੀ ਕੋਈ ਨਹੀਂ ਕਿ ਲੋਕਾਂ ਦੇ ਹਿਰਦਿਆਂ ਦੇ ਵਿੱਚ, ਜੀਵਾਂ ਦੇ ਹਿਰਦਿਆਂ ਦੇ ਵਿੱਚ ਦੂਸਰਿਆਂ ਦੇ ਪ੍ਰਤੀ ਕਿਤਨਾ ਪਿਆਰ ਹੈ।
ਅਸੰਖ ਪੂਜਾ ਅਸੰਖ ਤਪ ਤਾਉ। ਅਨੇਕਾਂ ਹੀ ਜੀਵ, ਅਨੇਕਾਂ ਹੀ ਲੋਕ ਪਰਮੇਸ਼ਵਰ ਦੀ ਪੂਜਾ ਕਰਦੇ ਹਨ, ਅਨੇਕਾਂ ਹੀ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਤਪ ਸਾਧਦੇ ਪਏ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ। ਪਤਾ ਨਹੀਂ ਕਿਤਨੇ ਕੁ ਲੋਕਾਂ ਨੂੰ ਜ਼ਬਾਨੀ ਕੰਠ ਹੈ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਉਚਾਰਨ ਕੀਤੇ ਹੋਏ ਗ੍ਰੰਥ। ਲੋਕਾਂ ਨੂੰ ਗ੍ਰੰਥਾਂ ਦੇ ਗ੍ਰੰਥ ਕੰਠ ਹਨ, ਉਹ ਬਿਨਾਂ ਦੇਖੇ ਹੀ ਕੰਠ ਆਪਣੀ ਰਸਨਾ ਤੋਂ ਪਾਠ ਕਰਦੇ ਹਨ। ਬਹੁਤ ਵੱਡੇ ਵੱਡੇ ਵਿਦਵਾਨ ਹਨ, ਬੜੇ ਉੱਚ ਕੋਟੀ ਦੇ ਪਾਠੀ ਨੇ, ਬੜੇ ਉੱਚ ਕੋਟੀ ਦੇ ਵਕਤੇ ਨੇ, ਕਹਿਣ ਲੱਗੇ ਗਿਣਤੀ ਕੋਈ ਨਹੀਂ। ਇਸ ਕਰਕੇ ਮਤ ਸੋਚੀ ਕਿ ਸਿਰਫ ਤੈਨੂੰ ਹੀ ਪਾਠ ਹੁੰਦਾ ਹੈ, ਸਿਰਫ ਤੈਨੂੰ ਹੀ ਆਪਣੇ ਗੁਰੂ ਦੀ ਬਾਣੀ ਕੰਠ ਹੈ। ਅਸੰਖ ਜੋਗ ਮਨ ਰਹਿ ਉਦਾਸ। ਤੇ ਜੇ ਤੂੰ ਸੋਚੇ ਕਿ ਮੇਰੇ ਅੰਦਰ ਹੁਣ ਮਾਇਆ ਦਾ ਪ੍ਰਭਾਵ ਖਤਮ ਹੋ ਗਿਆ ਤੇ ਮੈਂ ਵੱਡਾ ਹੋ ਗਿਆ, ਮਹਾਰਾਜ ਜੀ ਸਾਡੀ ਹਉਮੈ ਨੂੰ ਖਤਮ ਕਰਦੇ ਨੇ, ਕਿਉਂਕਿ ਹਉਮੈ ਦਾ ਪੈਦਾ ਹੋਣਾ ਪਰਮੇਸ਼ਵਰ ਨਾਲੋਂ, ਗੁਰੂ ਨਾਲੋਂ ਦੂਰੀ ਬਣਾ ਦਿੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਪਤਾ ਨਹੀਂ ਕਿਤਨੇ ਕੁ ਯੋਗ ਸਾਧਨਾ ਸਾਧਣ ਵਾਲੇ ਨੇ ਜਿਨ੍ਹਾਂ ਦਾ ਹਿਰਦਾ ਮਾਇਆ ਵੱਲੋਂ ਉਪਰਾਮ ਹੋ ਗਿਆ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ। ਕਹਿੰਦੇ ਨੇ ਪਤਾ ਨਹੀਂ ਕਿਤਨੇ ਕੁ ਭਗਤ ਹਨ, ਅਣਗਿਣਤ ਹੀ ਭਗਤ ਹਨ ਜੋ ਪਰਮੇਸ਼ਵਰ ਦੇ ਗੁਣਾਂ ਦੀ ਤੇ ਗਿਆਨ ਦੀ ਵਿਚਾਰ ਕਰਦੇ ਹੀ ਰਹਿੰਦੇ ਹਨ। ਅਸੰਖ ਸਤੀ ਅਸੰਖ ਦਾਤਾਰ। ਤੂੰ ਤਾਂ ਸੋਚਦਾ ਹੈ ਕਿ ਤੂੰ ਕੁਝ 100 ਕੁਝ 1000 ਕੁਝ ਲੱਖ ਕੁਝ ਕਰੋੜ ਦੇ ਕੇ ਤੇ ਤੂੰ ਬੜਾ ਵੱਡਾ ਦਾਨੀ ਬਣ ਗਿਆ। ਇੱਥੇ ਐਸੇ ਐਸੇ ਦਾਨੀ ਮੌਜੂਦ ਹਨ ਜੋ ਆਪਣਾ ਸਿਰ ਵੀ ਦਾਨ ਵਜੋਂ ਦੇ ਦਿੰਦੇ ਹਨ। ਕਹਿੰਦੇ ਨੇ ਦਾਨੀਆਂ ਦੀ ਗੱਲ ਕਰੀਏ ਤੂੰ ਇਕੱਲਾ ਹੀ ਦਾਨੀ ਨਹੀਂ ਰਹਿ ਗਿਆ, ਅਨੇਕਾਂ ਹੀ ਦਾਨੀ ਹਨ। ਅਸੰਖ ਸਤੀ ਅਸੰਖ ਦਾਤਾਰ, ਅਨੇਕਾਂ ਹੀ ਦਾਨੀ ਹਨ, ਅਨੇਕਾਂ ਹੀ ਦਾਤੇ ਹਨ, ਅਨੇਕਾਂ ਹੀ ਸਤ ਧਰਮ ਨੂੰ ਮੰਨਣ ਵਾਲੇ ਮਨੁੱਖ ਹਨ। ਅਸੰਖ ਸੂਰ ਮੋਹ ਭਖਸਾਰ। ਤੇ ਕਹਿੰਦੇ ਨੇ ਹੁਣ ਤੂੰ ਇਹ ਗੱਲ ਕਹੇ ਕਿ ਮੈਂ ਬੜਾ ਵੱਡਾ ਯੋਧਾ, ਮੈਂ ਆਪਣੇ ਉੱਤੇ ਤਲਵਾਰਾਂ ਦਾ, ਖੰਡਿਆਂ ਦਾ, ਨੇਜਿਆਂ ਦਾ, ਤਰ੍ਹਾਂ ਤਰ੍ਹਾਂ ਦੇ ਸ਼ਸਤਰਾਂ ਦਾ ਵਾਰ ਝੱਲ ਲੈਂਦਾ ਹਾਂ। ਅਨੇਕਾਂ ਹੀ ਐਸੇ ਬੇਅੰਤ ਯੋਧੇ ਹਨ, ਸੂਰਮੇ ਹਨ ਜੋ ਖਿੜੇ ਮੱਥੇ ਖੁਸ਼ੀ ਦੇ ਨਾਲ ਆਪਣੇ ਮੂੰਹ ਦੇ ਉੱਤੇ ਸ਼ਸਤਰਾਂ ਦੇ ਵਾਰ ਸਹਿੰਦੇ ਹਨ। ਅਸੰਖ ਮੋਨ ਲਿਵ ਲਾਏ ਤਾਰ। ਤੇ ਅਨੇਕਾਂ ਲੋਕ ਐਸੇ ਹਨ ਜੋ ਪਰਮੇਸ਼ਵਰ ਦੀ ਭਗਤੀ ਕਰਨ ਵਾਸਤੇ ਚੁੱਪ ਰਹਿੰਦੇ ਨੇ। ਉਹ ਆਪਣੀ એનર્ਜੀ ਨੂੰ ਸੇਵ ਕਰਕੇ ਰੱਖਦੇ ਨੇ ਕਿ ਕਾਹਦੇ ਵਾਸਤੇ ਅਸੀਂ ਆਪਣੀ એનર્ਜੀ ਨੂੰ ਗਵਾਈਏ। ਕੁਦਰਤ ਕਵਣ ਕਹਾ ਵਿਚਾਰ। ਇਸ ਕਰਕੇ ਮੇਰੇ ਵਿੱਚ ਕੋਈ ਤਾਕਤ ਨਹੀਂ ਹੈ ਕਿ ਮੈਂ ਉਸ ਪਰਮੇਸ਼ਵਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ। ਵਾਰਿਆ ਨ ਜਾਵਾ ਏਕ ਵਾਰ। ਮੈਂ ਇੱਕ ਵਾਰੀ ਵੀ ਪਰਮੇਸ਼ਵਰ ਤੋਂ ਸਦਕੇ ਨਹੀਂ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਸ ਕਰਕੇ ਜੋ ਪਰਮੇਸ਼ਵਰ ਜੀ ਵਰਤਾਰਾ ਵਰਤਾਉਂਦੇ ਹਨ ਉਹੀ ਕਾਰ ਭਲੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਦਾਸ ਬੇਨਤੀ ਕਰੇ ਇੱਥੇ ਵਿਸ਼ਰਾਮ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਮੇਰੇ ਮਾਲਕ ਜੀ, ਤੁਸੀਂ ਸਦੀਵ ਕਾਲ ਵਾਸਤੇ ਅਟਲ ਹੋ ਤੇ ਦਇਆ ਮਿਹਰ ਕਰੋ, ਮੈਨੂੰ ਵੀ ਅਟਲ ਕਰ ਦਿਓ। ਭਾਵ ਕਿ ਆਪਣੇ ਵਿੱਚ ਮਿਲਾ ਲਓ। ਮੈਂ ਤੇ ਆਪਣੇ ਆਪ ਨੂੰ ਆਕਾਰ ਹੀ ਸਮਝਦਾ ਹਾਂ। ਇਹ ਸ਼ਬਦ ਇਹ ਦੱਸਦੇ ਨੇ ਕਿ ਅਸਲ ਵਿੱਚ ਤੇਰੀ ਜੋ ਅਸਲ ਵਿੱਚ ਹੋਂਦ ਹੈ ਉਹ ਨਿਰੰਕਾਰ ਵਾਲੀ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਤੂੰ ਪਰਮੇਸ਼ਵਰ ਦੀ ਹੋਂਦ ਦਾ ਇੱਕ ਪ੍ਰਤੱਖ ਜਿਉਂਦਾ ਜਾਗਦਾ ਸਬੂਤ ਹੈ। ਜੇਕਰ ਉਹ ਅਟਲ ਹੈ ਸਦੀਵ ਕਾਲ ਵਾਸਤੇ ਤੇ ਤੂੰ ਵੀ ਸਦੀਵ ਕਾਲ ਵਾਸਤੇ ਅਟਲ ਹੈ। ਅਸੰਖ ਮੂਰਖ ਅੰਧ ਘੋਰ। ਪਰਮੇਸ਼ਵਰ ਦੀ ਇਸ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਹੀ ਲੋਕ ਐਸੇ ਹਨ ਜੋ ਘੁੱਪ ਹਨੇਰੇ ਵਿੱਚ ਜਿਉਂਦੇ ਹਨ, ਜਿਨ੍ਹਾਂ ਨੂੰ ਗੱਲ ਕਰਨ ਦਾ ਨਹੀਂ ਪਤਾ ਲੱਗਦਾ। ਅਨੇਕਾਂ ਲੋਕ ਐਸੇ ਨੇ ਜਿਨ੍ਹਾਂ ਨੇ ਮੂੰਹ ਹੀ ਅੱਗੇ ਰੱਖਿਆ ਹੈ। ਮੂਰਖ ਦਾ ਅਰਥ ਹੈ ਮੂੰਹ ਰੱਖ, ਆਪਣਾ ਮੂੰਹ ਅੱਗੇ ਰੱਖਿਆ, ਗੁਰੂ ਨੂੰ ਸਨਮੁਖ ਨਹੀਂ ਰੱਖਿਆ। ਜਿਨ੍ਹਾਂ ਨੇ ਗੁਰੂ ਦੇ ਮੂੰਹ ਨੂੰ ਅੱਗੇ ਰੱਖਿਆ ਹੁੰਦਾ ਹੈ ਉਹਨੂੰ ਕਹਿੰਦੇ ਨੇ ਗੁਰਮੁਖ, ਤੇ ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਦੇ ਮੂੰਹ ਨੂੰ ਅੱਗੇ ਰੱਖਿਆ ਹੁੰਦਾ ਉਹਨੂੰ ਕਹਿੰਦੇ ਨੇ ਮੂੰਹ ਰੱਖ।
ਅਸੰਖ ਮੂਰਖ ਅੰਧ ਘੋਰ। ਕਹਿੰਦੇ ਨੇ ਗਿਣਤੀ ਕੋਈ ਨਹੀਂ ਕਿੰਨੇ ਕੁ ਸ੍ਰਿਸ਼ਟੀ ਦੇ ਵਿੱਚ ਘੁੱਪ ਹਨੇਰੇ ਵਿੱਚ ਜਿਉਣ ਵਾਲੇ ਮੂਰਖ ਹਨ। ਅਸੰਖ ਚੋਰ ਹਰਾਮਖੋਰ। ਅਨੇਕਾਂ ਹੀ ਲੋਕ ਹਨ ਜੋ ਪਰਾਇਆ ਮਾਲ ਖਾ ਖਾ ਕੇ ਚੋਰੀਆਂ ਕਰ ਕਰਕੇ ਆਪਣਾ ਜੀਵਨ ਬਤੀਤ ਕਰਦੇ ਹਨ। ਅਸੰਖ ਅਮਰ ਕਰ ਜਾਹਿ ਜੋਰ। ਅਨੇਕਾਂ ਲੋਕ ਐਸੇ ਹਨ ਜੋ ਦੂਜਿਆਂ ਦੇ ਉੱਤੇ ਧੱਕਾ ਕਰਦੇ ਹਨ, ਦੂਜਿਆਂ ਦੇ ਨਾਲ ਮੱਲੋ ਜੋਰੀ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਕੀਮਤੀ ਸ਼ੈਆਂ ਨੂੰ ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ਨੇ ਗਿਣਤੀ ਕੋਈ ਨਹੀਂ ਹੈ, ਤੂੰ ਸ਼ੁਕਰ ਕਰ, ਦਾਤੇ ਨੇ ਤੈਨੂੰ ਇੱਜ਼ਤ ਦਾ ਪ੍ਰਸ਼ਾਦਾ ਦਿੱਤਾ ਹੈ, ਦਾਤੇ ਨੇ ਤੈਨੂੰ ਸੂਝ ਸਮਝ ਬਖਸ਼ੀ ਹੈ। ਤੂੰ ਚੋਰੀ ਕਰਕੇ ਨਹੀਂ ਖਾਂਦਾ, ਤੂੰ ਲੋਕਾਂ ਕੋਲੋਂ ਲੁੱਟ ਕੇ ਨਹੀਂ ਖਾਂਦਾ, ਤੂੰ ਜਿਹੜੇ ਦੋ ਪ੍ਰਸ਼ਾਦੇ ਛਕਦਾ ਹੈ ਤੂੰ ਉਹਦਾ ਧੰਨਵਾਦ ਕਰ। ਅਨੇਕਾਂ ਲੋਕ ਐਸੇ ਨੇ ਜੋ ਧੱਕੇ ਨਾਲ ਅਗਲੇ ਕੋਲੋਂ ਖੋਹ ਕੇ ਖਾ ਲੈਂਦੇ ਨੇ, ਕਤਲ ਕਰ ਦਿੰਦੇ ਨੇ। ਦੇਖ ਤੇਰੇ ਤੇ ਕਿੰਨੀ ਬਖਸ਼ਿਸ਼ ਕੀਤੀ ਹੈ, ਤੂੰ ਫੇਰ ਸ਼ੁਕਰਾਨਾ ਨਹੀਂ ਕਰਦਾ, ਉਸ ਦਾਤੇ ਦਾ ਸ਼ੁਕਰਾਨਾ ਕਰ। ਅਸੰਖ ਗਲ ਵੱਢ ਹੱਤਿਆ ਕਮਾਹਿ। ਲੋਕਾਂ ਦੀ ਗਿਣਤੀ ਕੋਈ ਨਹੀਂ ਕਿ ਦੂਜੇ ਨੂੰ ਕਤਲ ਕਰਕੇ ਦੂਜੇ ਦਾ ਗਲਾ ਵੱਢ ਕੇ ਲੋਕ ਖੁਸ਼ ਹੁੰਦੇ ਹਨ, ਆਪਣੀ ਦੁਸ਼ਮਣੀ ਕੱਢਦੇ ਹਨ। ਸ਼ੁਕਰ ਕਰ ਤੂੰ ਅਜੇ ਤੱਕ ਐਸੀਆਂ ਹੱਤਿਆਵਾਂ ਨਹੀਂ ਕਮਾਈਆਂ, ਪਰਮੇਸ਼ਵਰ ਨੇ ਤੇਰੇ ਤੇ ਬੜੀ ਦਇਆ ਕੀਤੀ ਹੈ। ਅਸੰਖ ਪਾਪੀ ਪਾਪ ਕਰ ਜਾਹਿ। ਇਸ ਸ੍ਰਿਸ਼ਟੀ ਤੇ ਆ ਕੇ ਕਰਨੀ ਤਾਂ ਭਗਤੀ ਸੀ, ਆਪਣੇ ਗੁਰੂ ਦੇ ਸ਼ਬਦ ਨੂੰ ਜਪ ਜਪ ਕੇ ਗੁਰੂ ਸਵਰੂਪ ਹੋਣਾ ਸੀ, ਪਰਮੇਸ਼ਵਰ ਸਵਰੂਪ ਹੋਣਾ ਸੀ, ਫਿਰ ਸ੍ਰਿਸ਼ਟੀ ਤੋਂ ਜਾਣਾ ਸੀ। ਕਹਿੰਦੇ ਨੇ ਅਨੇਕਾਂ ਹੀ ਲੋਕ ਐਸੇ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਤੇ ਆ ਕੇ ਪਾਪ ਹੀ ਪਾਪ ਕਮਾਇਆ ਤੇ ਪਾਪਾਂ ਦੀਆਂ ਪੰਡਾਂ ਬੰਨ੍ਹ ਕੇ ਉਸ ਰੱਬ ਦੇ ਘਰ ਵਿੱਚ ਖੁਆਰ ਹੋਏ ਸੰਸਾਰ ਤੋਂ ਤੁਰ ਗਏ। ਅਸੰਖ ਕੂੜਿਆਰ ਕੂੜੇ ਫਿਰਾਹਿ। ਅਨੇਕਾਂ ਲੋਕ ਐਸੇ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਪਟ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਝੂਠ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਦੂਜੇ ਨੂੰ ਲੁੱਟਣਾ ਹੈ। ਕਹਿੰਦੇ ਨੇ ਗਿਣਤੀ ਕੋਈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਅਨੇਕਾਂ ਹੀ ਲੋਕ ਹਨ ਜਿਨ੍ਹਾਂ ਦਾ ਜੀਵਨ ਝੂਠ ਦੇ ਨਾਲ ਬੱਝਾ ਹੋਇਆ ਹੈ ਤੇ ਐਸੇ ਲੋਕ 24 ਘੰਟੇ ਇਹੀ ਸੋਚਦੇ ਨੇ ਕਿ ਦੂਜੇ ਨੂੰ ਲੁੱਟਣ ਵਾਸਤੇ ਕੀ ਚਲਾਕੀਆਂ ਅਪਣਾਈਆਂ ਜਾਣ, ਕੀ ਕਪਟ ਕੀਤਾ ਜਾਏ, ਤੇ ਐਸੇ ਲੋਕ ਝੂਠ ਹੀ ਬੋਲਦੇ ਰਹਿੰਦੇ ਹਨ। ਅਸੰਖ ਮਲੇਛ ਮਲ ਭਖ ਖਾਹੇ। ਅਨੇਕਾਂ ਲੋਕ ਐਸੇ ਹਨ ਜਿਨ੍ਹਾਂ ਦੀ ਬੁੱਧੀ ਵਿਸ਼ੇ ਵਿਕਾਰਾਂ ਦੇ ਵਿੱਚ ਐਸੀ ਮਾਰੀ ਗਈ, ਐਸੀ ਮਲੇਸ਼ ਜੀਵਨ ਵਾਲੀ ਹੋ ਗਈ, ਐਸੀ ਗੰਦਗੀ ਨਾਲ ਭਰ ਗਈ, ਉਹ ਹਰ ਸਮੇਂ ਖਿਆਲਾਂ ਦੇ ਵਿੱਚ ਗੰਦਗੀ ਹੀ ਖਾਂਦੇ ਨੇ। ਉਹ ਬਾਹਰੋਂ ਵੀ ਗੰਦਗੀ ਖਾਂਦੇ ਨੇ, ਜਿਹੜੀਆਂ ਚੀਜ਼ਾਂ ਖਾਣ ਯੋਗ ਨਹੀਂ ਉਹ ਖਾਂਦੇ ਨੇ। ਦਾਸ ਬੇਨਤੀ ਕਰੇ ਜੀ, ਕੱਲ ਵੀ ਦਾਸ ਨੇ ਬੇਨਤੀ ਕੀਤੀ, ਸਾਡੀਆਂ ਅੱਖਾਂ ਵੀ ਖਾਂਦੀਆਂ ਨੇ। ਜੇ ਨੇਤਰਾਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਤਾਂ ਫਿਰ ਇਹ ਨੇਤਰ ਧੰਦਾ ਯੋਗ ਹਨ। ਤੇ ਜੇ ਨੇਤਰਾਂ ਦੇ ਨਾਲ ਪਰਾਇਆ ਤਨ ਤੇ ਪਰਾਇਆ ਧਨ ਦੇਖਿਆ ਤੇ ਲੁੱਟਣ ਦੀ ਅੰਦਰ ਇੱਛਾ ਹੈ, ਕਹਿੰਦੇ ਨੇ ਕਿ ਜੋ ਤੇਰੇ ਨੇਤਰ ਹਨ, ਤੇਰੇ ਨੇਤਰਾਂ ਨੇ ਗਲਤ ਭੋਜਨ ਛਕ ਲਿਆ। ਕੰਨਾਂ ਨੇ ਸੁਣਨਾ ਸੀ ਗੁਰੂ ਕੇ ਸ਼ਬਦ ਨੂੰ, ਪਰ ਤੂੰ ਸੁਣਿਆ ਕਿ ਉਹ ਸ਼ਬਦ ਸੁਣੇ ਜਿਹੜੇ ਸ਼ਬਦ ਤੇਰੇ ਗੁਰੂ ਨੂੰ ਪ੍ਰਵਾਨ ਨਹੀਂ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ, ਬੋਲਤ ਬੋਲ ਅਜਾਏ। ਆਪਣੇ ਗੁਰੂ ਨੂੰ ਛੱਡ ਕੇ ਕੋਈ ਵੀ ਹੋਰ ਬੋਲ ਕੰਨਾਂ ਵਿੱਚ ਪੈਣ ਨਾ ਦੇਵੀਂ, ਕਿਉਂਕਿ ਤੇਰੇ ਕੰਨ ਵੀ ਖਾਂਦੇ ਨੇ, ਤੇਰੇ ਨੇਤਰ ਵੀ ਖਾਂਦੇ ਨੇ, ਤੇਰੀ ਨਾਸਕਾ ਵੀ ਖਾਂਦੀ ਹੈ। ਜਿਸ ਵੇਲੇ ਤੂੰ ਕਿਸੇ ਨੂੰ ਆਸ਼ੀਰਵਾਦ ਦਿੰਦਾ ਤੇ ਕਿਸੇ ਕੋਲੋਂ ਆਸ਼ੀਰਵਾਦ ਲੈਣਾ, ਤੇਰਾ ਰੋਮ ਰੋਮ ਭੋਜਨ ਛਕਦਾ ਹੈ। ਇਸ ਕਰਕੇ ਇਹ ਨਾ ਸੋਚੀ ਕਿ ਸਿਰਫ ਤੇਰੀ ਜ਼ੁਬਾਨ ਹੀ ਛਕਦੀ ਹੈ। ਜੋ ਤੇਰੀ ਜ਼ੁਬਾਨ ਛਕਦੀ ਹੈ ਉਹ ਤੈਨੂੰ ਪਤਾ ਹੀ ਨਹੀਂ। ਤੈਨੂੰ ਤਾਂ ਉਹ ਦਿਸਦਾ ਜੋ ਮਿੱਟੀ ਵਿੱਚੋਂ ਪੈਦਾ ਹੋਇਆ, ਸਾਨੂੰ ਤੇ ਉਹੀ ਦਿਸਦਾ ਹੈ ਨਾ। ਸਾਡੀ ਜ਼ੁਬਾਨ ਕੀ ਛਕਦੀ ਹੈ? ਮਹਾਰਾਜ ਜੀ ਕਹਿੰਦੇ ਨੇ, ਜੇ ਤਾਂ ਪਰਮੇਸ਼ਵਰ ਦੇ ਨਾਮ ਨੂੰ ਜਪੀ ਜਾਏਗੀ ਤੇ ਇਹ ਰਸਨਾ 'ਚ ਸੰਤੋਖ ਆ ਜਾਏਗਾ। ਤੇ ਜੇ ਜ਼ੁਬਾਨ ਨੇ ਝੂਠ ਬੋਲਣਾ, ਫਿੱਕਾ ਬੋਲਣਾ, ਕੌੜਾ ਬੋਲਣਾ, ਤਿੱਖਾ ਬੋਲਣਾ, ਤੇ ਜਾਂ ਫਿਰ ਆਪਣੇ ਤੋਂ ਅਮੀਰ ਬੰਦੇ ਦੀ ਆਪਣੇ ਸਵਾਰਥ ਵਾਸਤੇ ਸਿਫਤ ਸਲਾਹ ਕਰਨੀ, ਜਾਂ ਫਿਰ ਕਿਸੇ ਦੀ ਨਿੰਦਿਆ ਚੁਗਲੀ ਕਰਨੀ, ਤੇ ਕਹਿੰਦੇ ਨੇ ਇਹ ਹੈ ਖਾਣਾ ਖਾਜ ਹਾਜ।
ਇਹ ਉਹ ਖਾਣਾ ਹੈ ਜਿਹੜਾ ਖਾਣਾ ਖਾਣਯੋਗ ਨਹੀਂ ਪਰ ਜ਼ੁਬਾਨ ਖਾਂਦੀ ਹੈ। ਇਸ ਕਰਕੇ ਸਿੱਖ ਬੜਾ ਸੁਚੇਤ ਹੋ ਕੇ ਰਹਿੰਦਾ ਹੈ। ਕਿਸੇ ਦੀ ਨਿੰਦਿਆ ਚੁਗਲੀ ਕਿਤੇ ਚੱਲਦੀ ਹੋਵੇ, ਉਹ ਕਹਿੰਦਾ ਹੈ ਅੰਦਰ ਗੁਰੂ ਕੇ ਸ਼ਬਦ ਨੂੰ ਜਪ ਕੇ ਇੰਨਾ ਸੁੰਦਰ ਪਕਵਾਨ, ਇੰਨਾ ਸੁੰਦਰ ਭੋਜਨ ਬਣਾਇਆ, ਹੁਣ ਮੈਂ ਸਵਾਹ ਥੋੜ੍ਹਾ ਪਾਉਣੀ ਆ, ਜ਼ਹਿਰ ਥੋੜ੍ਹਾ ਪਾਉਣਾ ਆ ਉਸ ਖਾਣੇ ਦੇ ਵਿੱਚ। ਅਨੇਕਾਂ ਮਹਾਂਪੁਰਸ਼ ਨੇ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਜਿਸ ਵੇਲੇ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਨੇ ਤੇ ਜਦੋਂ ਅੰਦਰੋਂ ਨਿਕਲਦੇ ਨੇ ਬਾਹਰ ਤੇ ਰੂੰ ਦੇ ਦਿੰਦੇ ਨੇ। ਜਦੋਂ ਪੁੱਛਿਆ ਕਿ ਐਸਾ ਕਿਉਂ ਕਰਦੇ ਹੋ, ਤੇ ਅੱਗੋਂ ਕਹਿੰਦੇ ਨੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਭੋਜਨ ਛਕਾਇਆ, ਤੇ ਜੇਕਰ ਹੁਣ ਬਾਹਰ ਆ ਕੇ ਤੇ ਨਿੰਦਿਆ ਚੁਗਲੀ ਸੁਣੀ ਤੇ ਇਹ ਜਿਹੜਾ ਭੋਜਨ ਹੈ ਭ੍ਰਿਸ਼ਟਿਆ ਜਾਣਾ ਹੈ। ਇਸ ਕਰਕੇ ਜੋ ਭੋਜਨ ਮੈਂ ਛਕਿਆ ਉਸ ਭੋਜਨ ਨੂੰ ਮੈਂ ਪਚਾ ਕੇ ਉਸ ਭੋਜਨ ਨੂੰ ਜੀਵਨ ਦਾ ਅੰਗ ਬਣਾਉਣਾ ਹੈ। ਨਿੰਦਿਆ ਚੁਗਲੀ ਨਹੀਂ ਸੁਣਨੀ, ਗਲਤ ਮਲਤ ਤਸਵੀਰਾਂ ਨਹੀਂ ਦੇਖਦੇ। ਜੋ ਅਭਿਆਸੀ ਨੇ ਅਵਲ ਤੇ ਅਖਬਾਰ ਪੜ੍ਹਦੇ ਹੀ ਨਹੀਂ, ਉਹ ਕਹਿੰਦੇ ਨੇ ਛੱਡੋ ਪਰਾਂ, ਇਸ ਗਿਆਨ ਨੇ ਤੇ ਅੱਗੇ ਬੇੜਾ ਗਰਕ ਕਰ ਛੱਡਿਆ। ਸਾਨੂੰ ਆਪਣੇ ਆਪ ਦੀ ਸਮਝ ਹੈ ਕੋਈ ਨਹੀਂ। ਦੇਖੋ, ਸਾਨੂੰ ਆਪਣੇ ਆਪ ਦੀ ਨਹੀਂ ਸਮਝ ਕਿ ਅਸੀਂ ਹੈ ਕੌਣ, ਅਸੀਂ ਜਾਣਾ ਕਿੱਥੇ, ਸਾਡਾ ਮਾਰਗ ਕੀ। ਅਖਬਾਰ ਫੜ ਕੇ ਕੀ ਅਸੀਂ ਦੇਖਦੇ ਹਾਂ, ਦੂਜਿਆਂ ਦੇ ਬਾਰੇ ਅਸੀਂ ਜਾਣਦੇ ਹਾਂ। ਫਲਾਣੀ ਥਾਂ ਦੇ ਉੱਤੇ ਐਕਸੀਡੈਂਟ ਹੋ ਗਿਆ, ਦੁਰਘਟਨਾ ਹੋ ਗਈ, ਉੱਥੇ ਇੰਨੇ ਮਰ ਗਏ, ਇੰਨੀਆਂ ਦੇ ਬਾਹਾਂ ਟੁੱਟ ਗਈਆਂ, ਇੰਨਾ ਥਾਵਾਂ 'ਤੇ ਰੇਪ ਹੋ ਗਏ, ਇੰਨਾ ਥਾਵਾਂ 'ਤੇ ਬਲਾਤਕਾਰ ਹੋ ਗਏ, ਇੱਥੇ ਫਲਾਣੇ ਮੰਤਰੀ ਨੂੰ ਛਿੱਤਰ ਪਏ, ਇੱਥੇ ਫਲਾਣੇ ਮੰਤਰੀ ਦੀ ਸਿਫਤ ਸਲਾਹ ਹੋਈ, ਇੱਥੇ ਫਲਾਣੇ ਮੰਤਰੀ ਦੀ ਬੇਇੱਜ਼ਤੀ ਹੋਈ। ਐ ਮਣਾ ਇਹ ਦੱਸ ਵੀ ਇਸ ਵੇਲੇ ਤੇਰੀ ਕਿਤਨੀ ਕੁ ਦਰਗਾਹ ਤੋਂ ਬੇਇੱਜ਼ਤੀ ਹੁੰਦੀ ਪਈ ਹੈ। 100 ਉਲਾਮੇ ਦਿਨੇ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ। ਤੈਨੂੰ ਤੇ ਉਲਾਮੇ ਮਿਲਦੇ ਪਏ ਆ। ਤੂੰ ਲੋਕਾਂ ਦੇ ਬਾਰੇ ਬੜਾ ਜਾਣਦਾ, ਆਪਣੇ ਬਾਰੇ ਦੇਖ, ਝਾਤੀ ਮਾਰ ਅੰਦਰ। ਆਪਨੜਾ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਦੂਜਿਆਂ ਦੀ ਗੱਲ ਛੱਡ, ਦੂਜੇ ਕੀ ਕਰਦੇ ਨੇ। ਜਿਹੜੀ ਬੱਸ ਡਿੱਗ ਪਈ, ਟੁੱਟ ਗਈ, ਦੁਰਘਟਨਾ ਗ੍ਰਸਤ ਹੋ ਗਈ, ਉਹਨੂੰ ਛੱਡ, ਉਹ ਤੇ ਹੋ ਗਈ। ਆਪਣੇ ਦਿਮਾਗ ਦੇ ਵਿੱਚ ਫਾਲਤੂ ਦੀ ਇਨਫੋਰਮੇਸ਼ਨ ਨਾ ਭਰ। ਜਿਹੜੀ ਇਨਫੋਰਮੇਸ਼ਨ, ਜਿਹੜੀ ਜਾਣਕਾਰੀ ਤੇਰੇ ਗੁਰੂ ਨੂੰ ਪ੍ਰਵਾਨ ਨਹੀਂ, ਤੂੰ ਅਜੇ ਤੱਕ ਭਰੀ ਹੀ ਉਹ ਆ। ਤੇ ਜੇ ਕਿਤੇ ਗੁਰੂ ਦੇ ਅਨੁਸਾਰ ਜਾਣਕਾਰੀ ਭਰੀ ਹੁੰਦੀ, ਗਿਆਨ ਭਰਿਆ ਹੁੰਦਾ, ਤੇ ਹੁਣ ਤੂੰ ਬ੍ਰਹਮ ਗਿਆਨੀ ਹੋਣਾ ਸੀ। ਤੇ ਜੇ ਹੁਣ ਤੱਕ ਹਜ਼ਾਰਾਂ ਅਖਬਾਰਾਂ ਪੜ੍ਹ ਕੇ ਤੇਰਾ ਕੱਖ ਨਹੀਂ ਨਾ ਬਣਿਆ, ਤੇ ਹੁਣ ਬਣਨਾ ਕੁਝ ਨਹੀਂ। ਛੱਡ ਇਹਨਾਂ ਅੱਖਰਾਂ ਨੂੰ। ਮਹਾਰਾਜ ਜੀ ਕਹਿੰਦੇ ਨੇ ਇਹ ਅੱਖਰ ਖਿਰ ਜਾਹੇਗੇ, ਉਹ ਅਖਰ ਇਨ ਮਹਿਨਾ ਹੈ। ਇਸ ਕਰਕੇ ਗੁਰੂ ਦੇ ਸ਼ਬਦ ਦਾ ਇੱਕ ਅੱਖਰ ਕਿਤੇ ਹਿਰਦੇ ਵਿੱਚ ਵਸ ਗਿਆ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਰ ਜਨਮ ਨਾ ਆਵ। ਵੇਖੋ, ਅਸੀਂ ਅਰਬਾਂ ਖਰਬਾਂ ਅੱਖਰ ਅੰਦਰ ਭਰੀ ਬੈਠੇ ਹਾਂ, ਇੱਕ ਅੱਖਰ ਵਾਹਿਗੁਰੂ ਨਹੀਂ ਵਸਿਆ। ਮਹਾਰਾਜ ਜੀ ਕਹਿੰਦੇ ਨੇ ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਕਾਇਆ ਕਾਗਦ ਮਨ ਪਰਵਾਨਾ, ਸਿਰ ਕੇ ਲੇਖ ਨਾ ਪੜ੍ਹਿਆ ਇਆਣਾ। ਇਹ ਆਪਣੇ ਆਪ ਨੂੰ ਪੜ੍ਹਨ ਵਾਸਤੇ ਰਾਜੀ ਨਹੀਂ ਹੁੰਦਾ, ਇਹ ਦੂਜਿਆਂ ਦੀ ਵਿਆਖਿਆ ਬੜੀ ਸੋਹਣੀ ਕਰਦਾ ਹੈ। ਉਹ ਮੰਤਰੀ ਚੰਗਾ, ਉਹ ਸਰਕਾਰ ਮਾੜੀ, ਇਹ ਸਰਕਾਰ ਚੰਗੀ। ਦੂਜਿਆਂ ਨੂੰ ਐਕਸਪਲੇਨੇਸ਼ਨ ਦੇਣ ਵੇਲੇ ਇਹ ਬੜਾ ਸਿਆਣਾ ਹੋ ਜਾਂਦਾ। ਤੇ ਜਦੋਂ ਗੁਰੂ ਕਹਿੰਦਾ ਆ ਜਾ ਹੁਣ ਤੂੰ ਆਪਣੇ ਵੱਲ ਆ, ਕਿੱਥੇ ਕੁ ਟਿਕਿਆ, ਅੰਮ੍ਰਿਤ ਵੇਲੇ ਉੱਠਦਾ ਹੈ। ਮਹਾਰਾਜ ਜੀ ਤੁਸੀਂ ਆਪ ਹੀ ਕਿਰਪਾ ਨਹੀਂ ਕਰਦੇ। ਅੱਛਾ ਚਲੋ ਅਖਬਾਰ ਪੜ੍ਹਨੀ ਆ, ਉਦੋਂ ਕਿਰਪਾ ਕਿੱਥੋਂ ਆ ਜਾਂਦੀ ਆ। ਕਹਿਣ ਦਾ ਅਰਥ ਹੈ ਬੰਦੇ ਕੋਲ ਬਹਾਨੇ ਬਹੁਤ ਨੇ। ਮਹਾਰਾਜ ਜੀ ਕਹਿੰਦੇ ਨੇ ਮਾਰਗ ਐਸਾ ਹੈ ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਬਹਾਨੇਬਾਜ਼ੀ ਨਹੀਂ ਚੱਲਣੀ, ਇੱਥੇ ਸਿਰ ਦੇਣਾ ਹੀ ਪੈਣਾ। ਅਸੀਂ ਤੇ ਸਿਰ ਦਿੱਤਾ ਹੋਇਆ, ਅਖਬਾਰਾਂ ਨੂੰ ਦਿੱਤਾ ਹੋਇਆ, ਅਸੀਂ ਸਿਰ ਦਿੱਤਾ। ਵੇਖੋ ਸਾਡਾ ਗੁਰੂ ਕੌਣ ਆ, ਅਖਬਾਰਾਂ ਸਾਡੀਆਂ ਗੁਰੂ ਬਣੀ ਬੈਠੀਆਂ ਆ ਮਨਮੁਖ ਬੰਦੇ ਦੀ। ਤੇ ਚੈਨਲ ਜਿਹੜੇ ਚੱਲਦੇ ਨੇ ਕਿ ਅੱਜ ਇਹ ਹੋ ਗਿਆ, ਅੱਜ ਉਹ ਹੋ ਗਿਆ, ਤੇਰੇ ਅੰਦਰ ਕੀ ਕੀ ਹੋ ਗਿਆ ਦੇਖ। ਤੂੰ ਆਪਣੇ ਪ੍ਰਤੀ ਬਿਲਕੁਲ ਵੀ ਸਤਰਕ ਨਹੀਂ ਹੈ। ਤੂੰ ਸਾਰੀ ਸ੍ਰਿਸ਼ਟੀ ਦੀ ਜਾਣਕਾਰੀ ਰੱਖਦਾ ਹੈ ਤੇ ਗੁਰੂ ਕਹਿੰਦਾ ਤੂੰ ਆਪਣੇ ਬਾਰੇ ਜਾਣਕਾਰੀ ਇਕੱਠੀ ਕਰ। ਇੰਨੇ ਸਾਲ ਤੇਰੇ ਮਰ ਚੁੱਕੇ ਨੇ, ਤੂੰ ਮਰ ਗਿਆ ਹੈ, ਤੂੰ 40 ਸਾਲ ਮਰ ਗਿਆ ਹੈ। ਐ ਮਰਿਆ ਬੰਦਿਆ, ਤੂੰ ਥੋੜ੍ਹਾ ਜਿਹਾ ਖਿਆਲ ਕਰ। ਜਿਹੜੇ ਥੋੜ੍ਹੇ ਬਹੁਤੇ ਸਵਾਸ ਨੇ ਇਹਨਾਂ ਦੇ ਵਿੱਚ ਕਿਤੇ ਜਾਗਰਤੀ ਲੈ ਆ, ਕਿਤੇ ਗੁਰੂ ਦੇ ਸ਼ਬਦ ਨੂੰ ਜਪ ਲੈ। ਮਰਨ ਤੋਂ ਬਾਅਦ ਕਿਤੇ ਕੰਮ ਆ ਜਾਏਗਾ ਗੁਰੂ ਦਾ ਸ਼ਬਦ।
ਪਰ ਅਸੀਂ ਤੇ ਮੰਨੀ ਬੈਠੇ ਹਾਂ ਬਾਕੀ ਮਰਨੇ ਨੇ, ਅਸੀਂ ਨਹੀਂ ਮਰਨਾ। ਅਸੀਂ ਉੱਤੋਂ ਲਿਖਾ ਕੇ ਲੈ ਕੇ ਆਏ ਹਾਂ, ਤਾਂ ਹੀ ਤੇ ਸੁੱਤੇ ਰਹਿੰਦੇ ਹਾਂ, ਤਾਂ ਹੀ ਤੇ ਭਗਤੀ ਨਹੀਂ ਕਰਦੇ। ਨਹੀਂ ਤਾਂ ਅਸੀਂ ਇਹ ਸੋਚੀਏ ਕਿ ਅਸੀਂ ਮਰ ਜਾਣਾ। ਫਿਰ ਕਬੀਰ ਸਾਹਿਬ ਵਰਗਾ ਕਹਿੰਦਾ ਮੈਨੂੰ ਨੀਂਦ ਹੀ ਨਹੀਂ ਆਉਂਦੀ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾ ਕਾ ਬਾਸਾ ਗੋਰ ਮੈਂ ਸੋ ਕੇ ਸੋਵੈ ਸੁੱਖ। ਜੇ ਪਤਾ ਅਖੀਰ ਤੇ ਮੈਂ ਮਰਨਾ ਹੀ ਆ, ਮੈਂ ਕਬਰ 'ਚ ਪੈਣਾ ਆ, ਉਹ ਕਹਿਣ ਲੱਗਾ ਮਰਨ ਤੋਂ ਪਹਿਲਾਂ ਪਹਿਲਾਂ ਕੁਝ ਐਸਾ ਕਰ ਲਈਏ ਕਿ ਰੱਬ ਦੇ ਘਰ ਦੇ ਵੀ ਸਤਿਕਾਰ ਮਿਲ ਜਾਏ, ਕਿਤੇ ਰੱਬ ਦੀ ਪ੍ਰਾਪਤੀ ਹੋ ਜਾਏ। ਸੱਚੇ ਪਾਤਸ਼ਾਹ ਜੀ ਦੇ ਸ਼ਬਦ ਵੱਲ ਆਪਾਂ ਆਈਏ, ਆਪਣੇ ਕੰਸੈਪਟ ਵੱਲ ਆਈਏ। ਮਹਾਰਾਜ ਜੀ ਫਰਮਾਉਂਦੇ ਨੇ ਬੰਦੇ ਦਾ ਸੁਭਾਅ ਬਣ ਚੁੱਕਾ ਹੈ, ਬੰਦੇ ਨੇ ਉਸ ਵਸਤੂ ਨੂੰ ਗ੍ਰਹਿਣ ਕਰਨਾ ਹੈ ਜਿਹੜੀ ਵਸਤੂ ਛਕ ਛਕ ਕੇ ਰੱਬ ਤੋਂ ਦੂਰ ਹੋ ਗਿਆ। ਅਸੰਖ ਮਲੇਛ ਮਲ ਭਖ ਖਾਹੇ, ਇਹ ਪਤਾ ਨਹੀਂ ਕਿਤਨਾ ਕੁ ਮਾੜਾ ਭੋਜਨ ਕਰਦਾ ਰਿਹਾ। ਜਿਸ ਵੇਲੇ ਭੋਜਨ ਅਸੀਂ ਗਲਤ ਕਰ ਲਈਏ ਨਾ, ਹੁਣ ਅਸੀਂ ਇਸ ਢੰਗ ਨਾਲ ਦੇਖ ਲਈਏ ਕਿ ਅਸੀਂ ਪ੍ਰਸ਼ਾਦਾ ਲਿਆ, ਅਸੀਂ ਉੱਤੇ ਗਟਰ ਦਾ ਪਾਣੀ ਪਾ ਦਈਏ, ਅਸੀਂ ਵਿਸ਼ਟਾ ਉੱਤੇ ਰੱਖ ਦਈਏ ਤੇ ਅਸੀਂ ਕਹਾਂਗੇ ਕਿ ਇਹ ਤਾਂ ਮਲੀਨ, ਇਹ ਤਾਂ ਵੇਖਣ ਯੋਗ ਨਹੀਂ ਰਹਿ ਗਿਆ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੇ ਅੰਦਰ ਝਾਤ ਮਾਰ, ਤੇਰੇ ਅੰਦਰ ਤੇ ਇੰਨਾ ਕੂੜ ਕਬਾੜ, ਇੰਨਾ ਵਿਸ਼ਟਾ, ਇੰਨੀ ਗੰਦਗੀ ਭਰੀ ਪਈ ਆ, ਦੱਸ ਫਿਰ ਉੱਥੇ ਪਰਮੇਸ਼ਵਰ ਕਿਵੇਂ ਰਵੇ। ਸਾਨੂੰ ਇੰਨਾ ਪਤਾ ਹੈ ਕਿ ਚੰਗਾ ਛਕੋਗੇ ਤੇ ਤੰਦਰੁਸਤ ਰਹੋਗੇ। ਤੇ ਮਹਾਰਾਜ ਜੀ ਕਹਿੰਦੇ ਨੇ ਜੇ ਤੂੰ ਨੇਤਰਾਂ ਨਾਲ ਚੰਗਾ ਛਕੇਂਗਾ, ਕੰਨਾਂ ਨਾਲ ਚੰਗਾ ਛਕੇਂਗਾ ਤੇ ਤੇਰਾ ਆਤਮਿਕ ਜੀਵਨ ਸਵਸਥ ਰਹੇਗਾ, ਨਹੀਂ ਤਾਂ ਤੂੰ ਬਿਮਾਰ ਹੋ ਜਾਏਗਾ। ਤਕਰੀਬਨ ਜਿਸ ਮਨੁੱਖ ਦਾ 24 ਘੰਟੇ ਸਿਮਰਨ ਨਹੀਂ ਚੱਲਦਾ, ਬਿਮਾਰ ਹੀ ਹੈ, ਉਹ ਬਿਮਾਰ ਹੀ ਆ। ਗੁਰੂ ਮਹਾਰਾਜ ਜੀ ਨੂੰ ਬਿਮਾਰੀ ਕਹਿੰਦੇ ਨੇ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਤੇਰੇ ਅੰਦਰ ਮੈਲ ਲੱਗੀ ਆ, ਬਸ ਤੂੰ ਰੋਗੀ ਆ। ਤੇ ਜੇ ਮੈਲ ਲੱਗੀ, ਇਹਦਾ ਅਰਥ ਕੀ ਆ? ਤੇਰਾ ਮਨ ਟਿਕੇਗਾ ਨਹੀਂ, ਤੇਰਾ ਮਨ ਸੰਸਾਰ ਵੱਲ ਦੌੜੇਗਾ, ਨਿਰੰਕਾਰ ਵੱਲੋਂ ਭੱਜੇਗਾ। ਤੇ ਹੁੰਦਾ ਇਹੀ ਕੁਝ ਪਿਆ ਹੈ ਮੋਸਟਲੀ। ਹਮੇਸ਼ਾ ਬਹੁ ਗਿਣਤੀ ਦੀ ਗੱਲ ਕੀਤੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਨੇ ਇੱਕ ਇੱਕ ਰੋਮ ਭੋਜਨ ਛਕਦਾ, ਵੇਖੀ ਕਿਤੇ ਤੂੰ ਉਹਨਾਂ ਦੀ ਗਿਣਤੀ ਵਿੱਚ ਸ਼ੁਮਾਰ ਨਾ ਹੋ ਜਾਵੀਂ ਜੋ ਮਾੜਾ ਛਕਦੇ ਨੇ, ਜੋ ਚੋਰੀਆਂ ਕਰਦੇ ਨੇ, ਜੋ ਪਾਪ ਕਮਾਉਂਦੇ ਨੇ, ਜੋ ਲੋਕਾਂ ਦਾ ਗਲਾ ਵੱਢਦੇ ਨੇ। ਕਿਤੇ ਤੂੰ ਆਪਣੇ ਆਤਮਿਕ ਜੀਵਨ ਦਾ ਗਲਾ ਤਾਂ ਨਹੀਂ ਵੱਢਿਆ, ਗੁਰੂ ਦੇ ਸ਼ਬਦ ਨੂੰ ਕਮਾਇਆ ਨਹੀਂ, ਤੂੰ ਆਪਣੇ ਆਪ ਨੂੰ ਪਾਪੀ ਹੀ ਗਿਣ, ਜਿਹਨੇ ਗੁਰੂ ਕੇ ਸ਼ਬਦ ਨੂੰ ਕਮਾਇਆ ਨਹੀਂ। ਜਿੰਨਾ ਚਿਰ ਬ੍ਰਹਮ ਗਿਆਨ ਦੀ ਅਵਸਥਾ ਨਹੀਂ, ਉਹਨਾਂ ਚਿਰ ਮਹਾਰਾਜ ਜੀ ਕਹਿੰਦੇ ਨੇ ਮੈਲ ਲੱਗੀ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਅਸੰਖ ਨਿੰਦਕ ਸਿਰ ਕਰਹਿ ਭਾਰ। ਅਨੇਕਾਂ ਹੀ ਐਸੇ ਨਿੰਦਕ ਹਨ ਜਿਨ੍ਹਾਂ ਦੇ ਸਿਰ ਦੇ ਉੱਤੇ ਬੜਾ ਭਾਰ ਚੜਿਆ ਹੋਇਆ ਹੈ, ਪਰ ਨਿੰਦਿਆ ਫੇਰ ਕਰੀ ਜਾਂਦੇ ਨੇ। ਤੇ ਜੇਕਰ ਪਤਾ ਹੋਵੇ ਕਿ ਸਾਡੇ ਸਿਰ ਤੇ ਕਿਸੇ ਚੀਜ਼ ਨਾਲ ਭਾਰ ਪੈਣਾ ਹੈ ਤੇ ਬੰਦਾ ਸਤਰਕ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਜਾਣਾ ਹੋਵੇ ਕਿਤੇ, ਸਾਡੇ ਕੋਲ ਸਮਾਂ ਘੱਟ ਹੋਵੇ ਤੇ ਸਾਨੂੰ ਕੋਈ ਬੰਦਾ ਕਹੇ ਕਿ 5 ਕੁਇੰਟਲ ਸਿਰ ਤੇ ਭਾਰ ਚੁੱਕ ਕੇ ਲੈਂਦੇ ਜਾਇਓ, ਤੇ ਅਸੀਂ ਉਸ ਵੇਲੇ ਕਿੰਨੇ ਸਿਆਣੇ ਬਣ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਨਹੀਂ, ਅਸੀਂ ਜਾਣਾ ਕਾਹਲੀ ਨਾਲ, ਤੇਜ਼ ਦੌੜ ਕੇ ਜਾਣਾ ਹੈ, ਤੇ ਅਸੀਂ ਸਿਰ ਤੇ ਭਾਰ ਚੁੱਕ ਕੇ ਅਸੀਂ ਤੁਰ ਨਹੀਂ ਸਕਦੇ। ਇੰਨਾ ਭਾਰ, ਉਹ ਭਾਰ ਸਾਨੂੰ ਦਿਸਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ, ਤੂੰ ਨਿੰਦਿਆ ਚੁਗਲੀ ਦਾ ਪਤਾ ਨਹੀਂ ਕਿੰਨੇ ਜਨਮਾਂ ਦਾ ਤੂੰ ਭਾਰ ਅੰਦਰ ਚੱਕਿਆ ਹੋਇਆ ਹੈ। ਜੇ ਸੰਸਾਰਕ ਭਾਰ ਚੁੱਕ ਕੇ ਬੰਦਾ ਦੌੜ ਨਹੀਂ ਸਕਦਾ, ਸੰਸਾਰੀ ਨਹਿਰ ਤੋਂ ਪਾਰ ਨਹੀਂ ਜਾ ਸਕਦਾ, ਕੁਇੰਟਲਾਂ ਦਾ ਭਾਰ ਸਿਰ ਤੇ ਚੁੱਕ ਕੇ, ਤੇ ਭਵ ਸਾਗਰ ਤੋਂ ਕਿਵੇਂ ਤਰੇਗਾ ਜੀ? ਇਸ ਗੁਰੂ ਦੇ ਪੰਥ ਤੇ ਕਿਵੇਂ ਚੱਲੇਗਾ? ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਸਾਡੇ ਔਗਣ ਹੀ ਜੰਜੀਰਾਂ ਬਣ ਜਾਂਦੇ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਇਹ ਜਾਣ ਬੁੱਝ ਕੇ ਔਗਣ ਕਰਦਾ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਕਿਹਨੂੰ ਨਹੀਂ ਪਤਾ ਕਿ ਰੱਬ ਦਾ ਨਾਮ ਜਪਣਾ ਚੰਗਾ ਹੁੰਦਾ ਹੈ? ਸਾਰਿਆਂ ਨੂੰ ਪਤਾ ਹੈ। ਪਰਮੇਸ਼ਵਰ ਦਾ ਨਾਮ ਜਪ ਕੇ ਗੁਰੂ ਮਹਾਰਾਜ ਜੀ ਬਖਸ਼ਿਸ਼ ਵਰਤਾ ਦਿੰਦੇ ਹਨ, ਪਰ ਜਾਣ ਬੁੱਝ ਕੇ ਨਹੀਂ ਜਪਦੇ, ਕਿਉਂਕਿ ਅਸੀਂ ਇੰਨਾ ਗਲਤ ਖਾ ਚੁੱਕੇ ਹਾਂ ਨੇਤਰਾਂ ਦੇ ਰਾਹੀਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਦੇ ਰਾਹੀਂ, ਕਿ ਅਸੀਂ ਅੰਦਰੋਂ ਬਿਮਾਰ ਹੋ ਚੁੱਕੇ ਹਾਂ। ਤੇ ਠੀਕ ਕਿਵੇਂ ਹੋਵਾਂਗੇ?
ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਵਾਹਿਗੁਰੂ ਵਾਹਿਗੁਰੂ ਸ਼ਬਦ ਜਪ ਕੇ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਨਾਨਕ ਇੱਥੇ ਅਸੀਂ ਵਿਸ਼ਰਾਮ ਦੇਣਾ ਹੈ। ਨਾਨਕ ਨੀਚ ਕਹੈ ਵਿਚਾਰ, ਇਹਨੂੰ ਵਿਚਾਰ ਨਹੀਂ ਕਹਿਣਾ, ਬੱਵੇ ਨੂੰ ਬਿਹਾਰੀ ਹੈ। ਨਾਨਕ ਨੀਚ ਕਹੈ ਵਿਚਾਰ, ਮਹਾਰਾਜ ਜੀ ਕਹਿੰਦੇ ਨੇ ਇਹ ਮੈਂ ਜੋ ਨੀਵੀਂ ਬਿਰਤੀ ਵਾਲੇ ਲੋਕ ਨੇ ਉਹਨਾਂ ਦੀ ਵਿਚਾਰ ਕੀਤੀ ਹੈ, ਪਰ ਮੈਂ ਇਹ ਸੰਪੂਰਨ ਨਹੀਂ ਕਰ ਸਕਿਆ। ਤੇ ਅਸੀਂ ਜਦੋਂ ਕਿਸੇ ਬੰਦੇ ਨੂੰ ਚੰਗਾ ਜਾਂ ਮੰਦਾ ਡਿਕਲੇਅਰ ਕਰਨਾ ਹੁੰਦਾ ਸੀ ਸਕਿੰਟਾਂ 'ਚ ਕਰ ਦਿੰਦੇ ਹਾਂ। ਉਹ ਤੁਹਾਨੂੰ ਨਹੀਂ ਪਤਾ, ਤੁਹਾਨੂੰ ਮੈਂ ਦੱਸਦਾ ਆ, ਇਹ ਬੰਦਾ ਹੈ ਹੀ ਇਹੋ ਜਿਹਾ, ਇਹ ਬੰਦਾ ਨਹੀਂ ਚੰਗਾ। ਜਾਂ ਫਿਰ ਕਿਸੇ ਨੂੰ ਅਸੀਂ ਚੰਗਾ ਬਣਾਉਣਾ ਹੋਵੇ ਨਾ, ਕੋਈ ਸਾਨੂੰ ਰਿਸਪੈਕਟ ਜ਼ਿਆਦਾ ਦੇਵੇ, ਅਸੀਂ ਕਹਿੰਦੇ ਹਾਂ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ, ਇਹ ਤਾਂ ਰੱਬ ਹੀ ਆ ਨਿਰਾ। ਅਤੇ ਜੇਕਰ ਕਿਸੇ ਨੇ ਸਾਡੇ ਔਗਣ ਸਾਡੇ ਮੂੰਹ 'ਤੇ ਦੱਸੇ ਕਿ ਭਾਈ ਵੇਖ ਤੇਰੇ ਇੱਥੇ ਜ਼ਖਮ ਆ, ਪੱਟੀ ਪੁੱਟੀ ਕਰਾ ਲੈ, ਇਸ ਆਦਤ ਨੂੰ ਸੁਧਾਰ ਲੈ, ਅਤੇ ਅਸੀਂ ਕਹਿੰਦੇ ਹਾਂ ਇਹਦੇ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ। ਅਸੀਂ ਇੱਕ ਸੈਕਿੰਡ ਵਿੱਚ ਅਸੀਂ ਡਿਕਲੇਅਰ ਕਰ ਦਿੰਦੇ ਹਾਂ ਕਿ ਚੰਗਾ ਆ ਕਿ ਮੰਦਾ ਆ। ਅਸੀਂ ਇੰਨੇ ਸਿਆਣੇ ਆ। ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਮਾੜੇ ਬੰਦਿਆਂ ਦੀ ਕੀ ਵਿਚਾਰ ਕਰਾਂ, ਮੇਰੇ 'ਚ ਸ਼ਕਤੀ ਕੋਈ ਨਹੀਂ ਕਿ ਮੈਂ ਸੰਪੂਰਨ ਤੌਰ 'ਤੇ ਵਿਚਾਰ ਕਰ ਸਕਦਾ ਕਿ ਇਸ ਸ੍ਰਿਸ਼ਟੀ ਦੇ ਵਿੱਚ ਅਤੇ ਅਦ੍ਰਿਸ਼ਟ ਸ੍ਰਿਸ਼ਟੀ ਦੇ ਵਿੱਚ ਕਿੰਨੇ ਕੁ ਮਾੜੇ ਲੋਕ ਨੇ। ਸੱਚੇ ਪਾਤਸ਼ਾਹ ਜੀ ਇੱਕ ਥਾਂ 'ਤੇ ਕਹਿੰਦੇ ਨੇ, ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿਸਾਰ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਹਿੰਦੇ ਨੇ ਜਦੋਂ ਨੀਚਾਂ ਦੀ ਗੱਲ ਆਏ ਕਿ ਤੂੰ ਆਪਣੇ ਵੱਲ ਝਾਤ ਮਾਰੀ, ਦੂਜਿਆਂ ਵੱਲ ਨਾ ਝਾਤ ਮਾਰੀ, ਫਿਰ ਧਰਮ ਦਾ ਰਸਤਾ ਸ਼ੁਰੂ ਹੋਏਗਾ। ਮਹਾਰਾਜ ਜੀ ਕਹਿੰਦੇ ਨੇ ਵਾਰਿਆ ਨਾ ਜਾਵਾ ਏਕ ਵਾਰ, ਮੈਂ ਇੱਕ ਵਾਰੀ ਵੀ ਦਾਤਾ ਜੀ ਤੇਰੀ ਸਿਫਤ ਨਹੀਂ ਕਰ ਸਕਦਾ। ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਮੈਂ ਤੇਰੀ ਇੱਕ ਵੀ ਦਾਤ ਦੀ ਸੰਪੂਰਨ ਵਿਆਖਿਆ ਕਰ ਸਕਾਂ, ਕਿਉਂਕਿ ਤੂੰ ਅਸੀਮ ਹੈ, ਅਜ਼ੀਮ ਹੈ, ਅਤੇ ਜਿਹੜੀ ਚੀਜ਼ ਤੂੰ ਸ੍ਰਿਸ਼ਟੀ ਦੇ ਵਿੱਚ ਸਿਰਜੀ ਉਹ ਵੀ ਅਸੀਮ ਹੈ, ਉਹ ਵੀ ਅਜ਼ੀਮ ਹੈ। ਹਰ ਇੱਕ ਚੀਜ਼ ਵਿਸਮਾਦ ਵਾਲੇ ਪਾਸੇ ਲੈ ਜਾਂਦੀ ਹੈ। ਜਿਸ ਤਰ੍ਹਾਂ ਦੇਖੋ ਧਰਤੀ ਦੇ ਵਿੱਚ ਘਾਹ ਆਪਣੇ ਆਪ ਪਨਪਦਾ ਹੈ, ਕੋਈ ਬੀਜ ਤਾਂ ਨਹੀਂ ਨਾ ਉਹਦੇ ਵਿੱਚ ਪਏ ਹੋਏ, ਆਪਣੇ ਆਪ ਪਨਪਦਾ। ਅਤੇ ਆਪ ਜੀ ਨੂੰ ਪਤਾ ਹੋਏਗਾ, ਸਾਇੰਸ ਕਹਿੰਦੀ ਹੈ ਕਿ ਅਸੀਂ ਹਰੇ ਰੰਗ ਦੀ ਅਸੀਂ ਖੋਜ ਕੀਤੀ, ਤਕਰੀਬਨ 121 ਤਰ੍ਹਾਂ ਦਾ ਹਰਾ ਰੰਗ ਮਿਲ ਗਿਆ ਹੈ, ਪਰ ਅਜੇ ਸਾਨੂੰ ਡਾਊਟ ਹੈ ਕਿ ਹੋਰ 20 ਤਰ੍ਹਾਂ ਦਾ ਹਰਾ ਰੰਗ ਮਿਲ ਸਕਦਾ ਹੈ, ਹੋਰ ਵੀ ਤਰ੍ਹਾਂ ਦਾ। ਮਤਲਬ ਇੱਕ ਕਲਰ ਨੂੰ ਫਾਈਨਲ ਡਿਕਲੇਅਰ ਨਹੀਂ ਕੋਈ ਕਰ ਸਕਦਾ। ਤੇ ਵੇਖੋ ਪਰਮੇਸ਼ਵਰ ਦੀ ਕਿੰਨੀ ਵੱਡੀ ਦਾਤ ਹੈ, ਕਿੰਨੀ ਵੱਡੀ ਦਾਤ ਆ। ਆਪ ਜੀ ਨੂੰ ਪਤਾ ਹੋਏਗਾ, ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ। ਇੱਕ ਬੂੰਦ ਤੋਂ ਮਨੁੱਖ ਦੀ ਸਿਰਜਣਾ ਹੋਈ ਮਾਤਾ ਪਿਤਾ ਦੇ ਸੰਯੋਗ ਦੇ ਨਾਲ, ਤੇ ਸਾਡੇ ਸਰੀਰ ਦੇ ਉੱਤੇ 3.5 ਕਰੋੜ ਰੋਮ ਹਨ। ਤੇ ਇਹ 3.5 ਕਰੋੜ ਰੋਮ ਇੱਕ ਛੋਟੀ ਜਿਹੀ ਬੂੰਦ ਦੇ ਵਿੱਚ ਪਰਮੇਸ਼ਵਰ ਨੇ ਕਿਵੇਂ ਟਿਕਾ ਦਿੱਤੇ। ਕਿਤਨੀ ਅਚੰਭੇ ਦੀ ਬਾਤ ਹੈ। 3.5 ਕਰੋੜ ਰੋਮ ਇੱਕ ਬੂੰਦ ਵਿੱਚ ਮਹਾਰਾਜ ਜੀ ਨੇ ਕਿਵੇਂ ਟਿਕਾਏ। ਤੇ ਆਪ ਜੀ ਨੂੰ ਪਤਾ ਹੋਏਗਾ, ਜਿਸ ਵੇਲੇ ਮਾਈਕਰੋਸਕੋਪ ਦੇ ਨਾਲ ਡੀਪਲੀ ਦੇਖਿਆ ਤੇ ਇੱਕ ਬੂੰਦ ਦੇ ਉੱਤੇ ਫੋਕਸ ਕੀਤਾ, ਉਹਨਾਂ ਨੇ ਆਖਿਆ ਇਹਦੇ ਉੱਤੇ ਕੇਸ ਹਨ, ਇਹਦੇ ਉੱਤੇ ਰੋਮ ਹਨ। ਤੇ ਸਾਰਾ ਸਾਇੰਸ ਜਗਤ ਹੈਰਾਨ ਹੋਇਆ ਸੀ ਕਿ ਜੋ ਜੀਵਨ ਸ਼ਕਤੀ ਹੈ, ਜੀਵਨ ਸ਼ਕਤੀ ਦੇ ਇੱਕ ਡ੍ਰੌਪ ਦੇ ਉੱਤੇ ਇਤਨੇ ਸਾਰੇ ਕੇਸ, ਇਤਨੇ ਸਾਰੇ ਰੋਮ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕਿਵੇਂ ਨਾ ਉਸ ਪਰਮੇਸ਼ਵਰ ਦੀ ਸਿਫਤ ਕਰੀਏ, ਕਿਵੇਂ ਅਸੀਂ ਇੱਕ ਵਾਰੀ ਵੀ ਬਲਿਹਾਰਨੇ ਜਾ ਸਕਦੇ ਹਾਂ। ਇੱਕ ਬੂੰਦ ਤੋਂ ਐਸੀ ਰਚਨਾ ਪਰਮੇਸ਼ਵਰ ਨੇ ਰਚੀ, ਜਿਹੜੀ ਰਚਨਾ ਹੱਸਦੀ ਹੈ, ਬੋਲਦੀ ਹੈ, ਖੇਡਦੀ ਹੈ, ਦੁੱਖ ਸੁੱਖ ਮਹਿਸੂਸ ਕਰਦੀ ਹੈ। ਫਿਰ ਜੇ ਆਪਣੇ ਸਿਰਜਣਹਾਰ ਨੂੰ ਜਪੇ ਤੇ ਉਹਦਾ ਰੂਪ ਹੋ ਸਕਦੀ ਹੈ। ਇੱਕ ਪਾਣੀ ਦੀ ਬੂੰਦ ਤੋਂ
ਇੰਨਾ ਵੱਡਾ ਚਿੱਤਰ ਸਿਰਜਿਆ। ਮਹਾਰਾਜ ਜੀ ਕਹਿੰਦੇ ਨੇ, ਚੱਚਾ ਰਚਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਅਵਚਿੱਤਰ ਇਹ ਹੈ ਅਵਚੇਰਾ, ਤਜ ਚਿੱਤਰ ਹੈ ਚਿਤਰਾਖ ਚਤੇਰਾ। ਤੂੰ ਚਿੱਤਰਾਂ ਵਿੱਚ ਹੀ ਫਸਿਆ ਪਿਆ ਹੈ, ਤੂੰ ਸਰੀਰਾਂ ਵਿੱਚ ਹੀ ਫਸਿਆ ਪਿਆ। ਤੂੰ ਉੱਪਰ ਉੱਠ, ਜਿਹਨੇ ਸਿਰਜਿਆ ਉਹਨੂੰ ਯਾਦ ਕਰ। ਐ ਮਨਾ ਵੇਖੀ ਐਸੀ ਕਰਾਮਾਤ ਵਰਤੇਗੀ। ਤੇਰਾ ਜਿੱਥੋਂ ਜੀਵਨ ਸ਼ੁਰੂ ਹੋਇਆ ਸੀ ਪ੍ਰਕਾਸ਼ ਸਵਰੂਪ ਤੋਂ, ਉੱਥੇ ਹੀ ਤੂੰ ਪਰਤ ਕੇ ਪਹੁੰਚ ਜਾਏਗਾ। ਤੇਰੇ ਕੋਲ ਸੁਰਤ ਦੀ ਇੱਕ ਬੜੀ ਅਗੰਮੀ ਬਖਸ਼ਿਸ਼ ਹੈ, ਇੱਕ ਤਾਕਤ ਹੈ। ਮਹਾਰਾਜ ਜੀ ਕਹਿੰਦੇ ਨੇ, ਵਾਰਿਆ ਨਾ ਜਾਵਾ ਏਕ ਵਾਰ। ਹੇ ਪ੍ਰਭੂ, ਮੈਂ ਇੱਕ ਵਾਰੀ ਵੀ ਤੇਰੀ ਇੱਕ ਵੀ ਦਾਤ ਤੋਂ ਬਲਿਹਾਰਨੇ ਨਹੀਂ ਜਾ ਸਕਦਾ। ਤੇਰੀ ਜੋ ਕੁਦਰਤ ਹੈ ਇਹ ਬੇਅੰਤ ਹੈ, ਬੇਅੰਤ ਹੈ। ਮੈਂ ਆਪਣੇ ਆਪ ਨੂੰ ਸੀਮਤ ਗਿਣਦਾ ਹਾਂ, ਮੈਂ ਸੀਮਾ ਵਿੱਚ ਹਾਂ। ਪਰ ਤੇਰੀ ਹਰ ਇੱਕ ਕਾਇਨਾਤ ਵੱਲੋਂ ਸਿਰਜੀ ਹੋਈ ਦਾਤ ਉਹ ਬੇਅੰਤ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਮੇਰੇ ਮਾਲਕ ਜੀ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਹੁਣ ਮੈਨੂੰ ਵੀ ਚੰਗਾ ਲੱਗਦਾ ਹੈ, ਕਿਉਂਕਿ ਇੱਕਮਿਕਤਾ ਹੋ ਗਈ ਨਾ। ਜੇ ਹੁਣ ਮਾਲਕ ਜੀ ਤੈਨੂੰ ਚੰਗਾ ਲੱਗਾ ਤੇ ਬੁਢਾਪਾ ਆ ਗਿਆ ਤੇ ਹੁਣ ਆਪਣੇ ਮਨ 'ਚ ਗਿਲੇ ਸ਼ਿਕਵੇ ਕੋਈ ਨਹੀਂ। ਬਸ ਤੈਨੂੰ ਚੰਗਾ ਲੱਗਾ, ਸਾਨੂੰ ਮਿਲ ਗਿਆ, ਵੈਲਕਮ। ਅਸੀਂ ਉਸ ਚੀਜ਼ ਨੂੰ ਐਕਸੈਪਟ ਕਰਦੇ ਹਾਂ। ਸਰਦੀ ਆ ਗਈ, ਹੁਣ ਅਸੀਂ ਕੀ ਕਹੀਏ ਕਿ ਸਰਦੀ ਦਾ ਬੇੜਾ ਗਰਕ ਹੋ ਜਾਏ, ਸਰਦੀ ਦਾ ਰਹੇ ਕੱਖ ਨਾ, ਠੰਡ ਇੰਨੀ ਵੱਧ ਗਈ। ਸਾਡੇ ਕਹਿਣ ਕਰਕੇ ਤੇ ਆਈ ਨਹੀਂ ਤੇ ਸਾਡੇ ਕਹਿਣ ਕਰਕੇ ਜਾਣੀ ਨਹੀਂ। ਜੇ ਮਾਲਕ ਨੇ ਸਰਦੀ ਨੂੰ ਰਚਿਆ ਹੈ, ਠੰਡ ਦੇ ਸਮਾਂ ਆ ਗਿਆ, ਠੰਡ ਦੇ ਇਹ ਟਾਈਮ ਦੇ ਵਿੱਚੋਂ ਅਸੀਂ ਲੰਘਦੇ ਪਏ ਹਾਂ। ਇਹ ਪਰਮੇਸ਼ਵਰ ਨੂੰ ਚੰਗੀ ਲੱਗੀ ਠੰਡ ਤੇ ਆ ਗਈ, ਸਾਨੂੰ ਵੀ ਚੰਗੀ ਲੱਗਣੀ ਚਾਹੀਦੀ ਹੈ ਨਾ। ਗਰਮੀ ਆ ਗਈ ਤੇ ਪਰਮੇਸ਼ਵਰ ਨੂੰ ਚੰਗੀ ਲੱਗੀ ਤੇ ਆ ਗਈ ਤੇ ਸਾਨੂੰ ਵੀ ਚੰਗੀ ਲੱਗਣੀ ਚਾਹੀਦੀ ਆ। ਪਰ ਗਰਮੀ ਵੇਲੇ ਅਸੀਂ ਉਲਾਮੇ ਦਿੰਦੇ ਹਾਂ, ਹਾਏ ਮਰ ਗਏ, ਇੰਨੀ ਗਰਮੀ, ਇੰਨੀ ਗਰਮੀ, ਤਪ ਗਏ ਹਾਂ। ਬਾਹਰ ਦੀ ਗਰਮੀ ਦਾ ਪਤਾ, ਜਿਹੜਾ ਅੰਦਰ 24 ਘੰਟੇ ਤਪਦਾ ਰਹਿੰਦਾ ਆ ਉਹਦੀ ਸਮਝ ਹੀ ਕੋਈ ਨਹੀਂ। ਕਿਉਂਕਿ ਸਰੀਰ ਨਾਲ ਜੁੜੇ ਹੋਏ ਆ ਨਾ, ਤੇ ਜਦੋਂ ਸਰੀਰ ਤੋਂ ਉੱਪਰ ਉੱਠ ਗਏ ਫਿਰ ਅੰਦਰ ਦਾ ਪਤਾ ਲੱਗਦਾ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। 5 ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਪਈ ਆ। ਸ੍ਰਿਸ਼ਟੀ ਵਿੱਚ ਕੋਈ ਐਸਾ ਚੁੱਲ੍ਹਾ ਨਹੀਂ ਹੋਣਾ ਜਿੱਥੇ 24 ਘੰਟੇ ਹੀ ਅੱਗ ਬਲਦੀ ਹੋਵੇ। ਸਿਰਫ ਇੱਕ ਹੀ ਆ, ਉਹ ਮਨੁੱਖ ਦਾ ਹਿਰਦਾ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਤੇ ਜਦੋਂ ਕਿਤੇ ਅੱਗ ਥੋੜੀ ਜੀ ਮੱਧਮ ਹੁੰਦੀ ਹੈ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਤੇ ਬਾਬਾ ਫਰੀਦ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਸੀ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ, ਅੱਗ ਲੱਗੀ ਪਈ ਆ ਤੇ ਬੁਝੇਗੀ ਗੁਰੂ ਦੇ ਸ਼ਬਦ ਦੇ ਨਾਲ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹੁਣ ਜਿਸ ਵੇਲੇ ਹਿਰਦਾ ਜੋਤ ਸਵਰੂਪ ਹੋ ਗਿਆ, ਹੁਣ ਪਰਮੇਸ਼ਵਰ ਦੀ ਹਰ ਇੱਕ ਕਾਰ ਭਲੀ ਲੱਗਦੀ ਹੈ। ਤੇ ਫਿਰ ਅੰਦਰੋਂ ਆਤਮਾ ਕਹਿੰਦੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਦਾਤਾ ਜੀ, ਤੁਸੀਂ ਸਦੀਵ ਕਾਲ ਵਾਸਤੇ ਅਟਲ ਰਹਿਣ ਵਾਲੇ ਹੋ। ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ ਆਕਾਰਾਂ ਨੂੰ ਬਣਾ ਕੇ ਵਿੱਚ ਨਿਰਆਕਾਰ ਸਵਰੂਪ ਜੋਤ ਸਵਰੂਪ ਸਦਾ ਲਈ ਟਿਕ ਗਏ ਹੋ। ਅੱਗੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਅਸੰਖ ਨਾਮ ਅਸੰਖ ਥਾਵ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਇਸ ਸ੍ਰਿਸ਼ਟੀ ਦੇ ਵਿੱਚ ਕਿਤਨੇ ਕੁ ਜੀਵ ਹਨ, ਗਿਣਤੀ ਕੋਈ ਨਹੀਂ। ਉਹਨਾਂ ਦੇ ਨਾਮ ਕੀ ਰੱਖੇ ਹਨ, ਕਹਿੰਦੇ ਨੇ ਉਹਨਾਂ ਦੀ ਵੀ ਗਿਣਤੀ ਕੋਈ ਨਹੀਂ। ਉਹਨਾਂ ਦੇ ਟਿਕਾਣੇ ਕਿੰਨੇ ਹਨ, ਉਹਨਾਂ ਦੀ ਵੀ ਗਿਣਤੀ ਕੋਈ ਨਹੀਂ ਹੈ। ਅਗੰਮ ਅਗੰਮ ਅਸੰਖ ਲੋ। ਹੁਣ ਦੇਖੋ ਇਸ ਪੰਕਤੀ ਨੂੰ ਆਪ ਜੀ ਧਿਆਨ ਨਾਲ ਦੇਖਿਓ। ਅਸੀਂ ਪੜ੍ਹਦੇ ਰੋਜ਼ ਹੀ ਹਾਂ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਅਗੰਮ। ਅਗੰਮ ਦਾ ਅਰਥ ਹੈ ਗਮਤਾ ਤੋਂ ਰਹਿਤ। ਗਮਤਾ ਤੋਂ ਰਹਿਤ, ਜਿੱਥੋਂ ਤੱਕ ਮਨੁੱਖ ਦੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਖਿਆਲ, ਅੰਦਰ ਦਾ ਕੋਈ ਵੀ ਭਾਵ ਪਹੁੰਚ ਨਾ ਸਕੇ। ਮਹਾਰਾਜ ਜੀ ਕਹਿੰਦੇ ਨੇ ਕਿ ਜੋ ਤੈਨੂੰ ਦਿਸਦਾ, ਤੂੰ ਸੋਚਦਾ, ਇਹੀ ਬਹੁਤ ਹੈ। ਅਗੰਮ ਅਗੰਮ ਅਸੰਖ ਲੋ। ਇਹਨੂੰ ਲੋ ਕਵਾਂਗੇ, ਲੋ ਨਹੀਂ ਕਵਾਂਗੇ। ਜੇ ਲੱਲੇ ਨੂੰ ਹੋੜਾ ਹੁੰਦਾ ਫਿਰ ਲੋ ਸੀ, ਲੱਲੇ ਨੂੰ ਹੋੜਾ ਅੱਗੇ ਹੈ ਐੜਾ, ਲੋ।
ਮਹਾਰਾਜ ਜੀ ਕਹਿੰਦੇ ਨੇ ਅਨੇਕਾਂ ਹੀ ਐਸੇ ਲੋਕ ਹਨ, ਅਨੇਕਾਂ ਹੀ ਐਸੀਆਂ ਥਾਵਾਂ ਹਨ, ਅਨੇਕਾਂ ਹੀ ਐਸੇ ਮੰਡਲ ਹਨ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਪਰ ਐਗਜ਼ਿਸਟ ਕਰਦੇ ਨੇ, ਉਹ ਹਾਜ਼ਰ ਹਨ। ਸਾਡੀ ਉੱਥੋਂ ਤੱਕ ਪਹੁੰਚ ਨਹੀਂ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਉਹ ਹੈ ਹੀ ਨਹੀਂ। ਮਹਾਰਾਜ ਜੀ ਕਹਿੰਦੇ ਨੇ ਮੈਂ ਦੇਖ ਲਏ ਹਨ ਉਹ ਥਾਂ, ਪਰ ਉਹਨਾਂ ਥਾਵਾਂ ਦੀ ਗਿਣਤੀ ਨਹੀਂ ਕਰ ਸਕਿਆ। ਕਿਤਨੀ ਕੁ ਗਿਣਤੀ ਕਰਾਂ, ਜਦ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਖੁਦ ਅਕਾਲ ਪੁਰਖ ਸਵਰੂਪ ਹਨ। ਪਰ ਮਹਾਰਾਜ ਜੀ ਨਿਮਰਤਾ ਭਾਵ ਵਿੱਚ ਆ ਕੇ ਕਹਿੰਦੇ ਨੇ ਦਾਤਾ ਜੀ ਅਨੇਕਾਂ ਹੀ ਐਸੇ ਭਵਨ ਹਨ, ਅਨੇਕਾਂ ਹੀ ਐਸੇ ਮੰਡਲ ਹਨ, ਅਨੇਕਾਂ ਹੀ ਐਸੇ ਲੋਕ ਹਨ, ਅਨੇਕਾਂ ਹੀ ਐਸੀਆਂ ਧਰਤੀਆਂ ਹਨ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਹੋ ਹੀ ਨਹੀਂ ਸਕਦੀ। ਇੱਥੇ ਸ਼ਬਦ ਵਰਤਿਆ ਹੋ ਹੀ ਨਹੀਂ ਸਕਦੀ। ਜਿੱਥੋਂ ਤੱਕ ਇਹਨਾਂ ਦੀ ਆਤਮਿਕ ਅਵਸਥਾ ਜਾਏਗੀ ਉੱਥੋਂ ਤੱਕ ਹੀ ਪਹੁੰਚ ਹੋਏਗੀ। ਪਰਮੇਸ਼ਵਰ ਦੀ ਕੁਦਰਤ ਬੇਅੰਤ ਹੈ, ਪਰਮੇਸ਼ਵਰ ਬੇਅੰਤ ਹੈ। ਅਸੰਖ ਕਹਿ ਸਿਰ ਭਾਰ ਹੋਏ। ਤੇ ਜਿਸ ਵੇਲੇ ਕੋਈ ਬੰਦਾ ਜ਼ਿਆਦਾ ਸਿਆਣਾ ਹੁੰਦਾ ਹੈ ਤੇ ਕਹਿੰਦਾ ਕਿ ਜੋ ਮੈਂ ਕਹਿ ਦਿੱਤਾ ਬਸ ਇਹ ਹੀ ਅਖੀਰ ਹੈ, ਕਹਿੰਦੇ ਨੇ ਸਮਝ ਲਵੋ ਉਸ ਬੰਦੇ ਦੇ ਸਿਰ ਤੇ ਭਾਰ ਚੜ੍ਹ ਗਿਆ ਸਿਆਣਾ ਬਣਨ ਦਾ। ਸਿਆਣਾ ਸਿਰਫ ਪਰਮੇਸ਼ਵਰ, ਦੂਜੇ ਨੰਬਰ ਤੇ ਗੁਰੂ, ਤੇ ਤੀਜੇ ਨੰਬਰ ਤੇ ਮਹਾਂਪੁਰਖ ਹਨ, ਸੁਗੜ ਸੁਜਾਨ। ਤੇ ਪਰ ਅਸੀਂ ਸਾਰੇ ਸਿਆਣੇ ਹਾਂ। ਮਹਾਰਾਜ ਜੀ ਕਹਿੰਦੇ ਨੇ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਬਿਠਾ ਕੇ ਪੁੱਛੋ ਤੇ ਸਾਰੇ ਕਹਿਣਗੇ ਕਿ ਅਸੀਂ ਘੱਟ ਨਹੀਂ ਹਾਂ, ਅਸੀਂ ਸਭ ਤੋਂ ਵੱਧ ਸਿਆਣੇ ਹਾਂ। ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ। ਦੂਜੇ ਨੂੰ ਲਗਾ ਮਾਤਰ ਹੀ ਸਮਝਦਾ, ਇਹ ਸਿਹਾਰੀ ਬਿਹਾਰੀ ਆ, ਇਹ ਔਂਕੜ ਦੁਲੈਂਕੜੀ ਆ, ਇਹ ਅਧਕ ਕਰਨਾ ਹੀ ਆ, ਇਹ ਟਿੱਪੀ ਬਿੰਦੀ ਆ। ਲਗਾ ਮਾਤਰਾ, ਲਗਾ ਮਾਤਰਾ ਦੀ ਵੈਲਿਊ ਕੋਈ ਨਹੀਂ ਜਿੰਨਾ ਚਿਰ ਅੱਖਰ ਨਾ ਹੋਵੇ। ਆਪਸ ਕੋ ਦੀਰਘ ਕਰ ਜਾਣੇ, ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਦੂਜੇ ਨੂੰ ਕਹਿੰਦਾ ਇਹ ਤਾਂ ਐਵੇਂ ਮਾਮੂਲੀ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਸਾਰੀ ਬੰਦਾ ਦਾਵਾ ਕਰ ਸਕਦਾ ਹੈ, ਮੈਂ ਦਾਵਾ ਨਹੀਂ ਕਰ ਸਕਦਾ, ਕਿਉਂਕਿ ਅਨੇਕਾਂ ਹੀ ਐਸੀਆਂ ਅਦ੍ਰਿਸ਼ਟ ਸ਼ਕਤੀਆਂ ਹਨ ਜਿੱਥੋਂ ਤੱਕ ਪਹੁੰਚ ਨਹੀਂ ਹੈ। ਕੁਦਰਤ ਦਾ ਲੇਖਾ ਜੋਖਾ ਨਹੀਂ ਅਸੀਂ ਕਰ ਸਕਦੇ। ਤੇ ਜਿਹੜੇ ਲੋਕ ਇਹ ਲੇਖਾ ਜੋਖਾ ਕਰਨ ਵਾਲੇ ਪਾਸੇ ਚੱਲਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਭਾਰ ਚੜ੍ਹਦਾ। ਅਖਰੀ ਨਾਮ ਅਖਰੀ ਸਾਲਾਹ। ਪਰਮੇਸ਼ਵਰ ਦਾ ਨਾਮ ਅਸੀਂ ਅੱਖਰਾਂ ਦੇ ਵਿੱਚ ਜਾਣਦੇ ਹਾਂ, ਅਲਫਾਜ਼ਾਂ ਵਿੱਚ, ਤੇ ਅੱਖਰਾਂ ਵਿੱਚ ਹੀ ਅਸੀਂ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹਾਂ। ਇੱਥੇ ਅੱਖਰ ਦਾ ਭਾਵ ਹੈ ਜੋ ਸਾਡੀ ਬੁੱਧੀ ਦਾ ਹਿੱਸਾ, ਤੇ ਜੋ ਕੁਦਰਤ ਦੇ ਵਿੱਚੋਂ, ਜੋ ਕਾਇਨਾਤ ਦੇ ਵਿੱਚੋਂ ਸਾਨੂੰ ਅਦ੍ਰਿਸ਼ਟ ਸ਼ਕਤੀ ਦੇ ਦਰਸ਼ਨ ਹੁੰਦੇ ਹਨ, ਉਹ ਅੱਖਰਾਂ ਦੇ ਵਿੱਚੋਂ ਨਹੀਂ ਹੁੰਦੇ। ਪਰ ਅਸੀਂ ਕਹਾਂਗੇ ਕਿ ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਤਾਂ ਅੱਖਰਾਂ ਦੇ ਵਿੱਚ ਹੈ, ਪਰ ਇਹ ਅੱਖਰ ਉਹ ਨਹੀਂ ਹਨ ਜਿਹੜੇ ਅੱਖਰ ਅਸੀਂ ਆਮ ਅੱਖਰ ਦੇਖਦੇ ਹਾਂ। ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਜੇਕਰ ਕੋਈ ਗੁਰੂ ਕੇ ਸ਼ਬਦ ਨੂੰ ਜਪੇਗਾ, ਇਹ ਸ਼ਬਦ ਦੀ ਹੇਠਲੀ ਤਹਿ ਦੇ ਵਿੱਚੋਂ ਇੱਕ ਪਰਮ ਪ੍ਰਕਾਸ਼ ਦਾ ਜਨਮ ਹੋਏਗਾ। ਉਸ ਪਰਮ ਪ੍ਰਕਾਸ਼ ਦੇ ਅੰਦਰ ਗੁਰੂ ਦੀ ਜੋਤ ਪ੍ਰਗਟ ਹੋਏਗੀ। ਉਸ ਜੋਤ ਦੇ ਅੰਦਰ ਗੁਰੂ ਦਾ ਆਪਾ ਉਸ ਆਤਮਾ ਨੂੰ ਗਲਵਕੜੀ ਵਿੱਚ ਲੈ ਕੇ ਉੱਥੇ ਪਹੁੰਚਾ ਦੇਵੇਗਾ ਜਿੱਥੋਂ ਇਹ ਬਾਣੀ ਆਈ ਹੈ। ਇਸ ਕਰਕੇ ਸਾਡੇ ਵਾਸਤੇ ਗੁਰੂ ਕੀ ਬਾਣੀ ਨਿਰੰਕਾਰ ਦਾ ਸਵਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਏ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਕੀ ਬਾਣੀ ਨੂੰ ਛੱਡ ਕੇ ਹਰ ਚੀਜ਼ ਹੀ ਅੱਖਰਾਂ ਦੇ ਵਿੱਚ ਹੈ, ਪਰ ਤੂੰ ਅੱਖਰ ਜਪਦਾ ਜਪਦਾ ਤੂੰ ਅੱਖਰਾਂ ਤੋਂ ਪਾਰ ਚਲੇ ਜਾਣਾ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ, ਆਪੇ ਹੀ ਸਾਡੀ ਸੁਰਤ ਜਿਵੇਂ ਜਿਵੇਂ ਬਾਰੀਕ ਹੁੰਦੀ ਹੈ ਅਸੀਂ ਅੱਖਰਾਂ ਤੋਂ ਪਾਰ ਚਲੇ ਜਾਂਦੇ ਹਾਂ। ਅੱਖਰਾਂ ਤੋਂ ਪਾਰ ਜਿਸ ਵੇਲੇ ਜਾਂਦੇ ਹਾਂ, ਮਹਾਤਮਾ ਬੋਧੀ ਜੀ ਕਹਿੰਦੇ ਨੇ ਪਾਰ ਜਾਣ ਦਾ ਅਰਥ ਇਹ ਹੈ, ਕਿਸੇ ਨੇ ਗਾਲ ਕੱਢੀ ਤੇ ਉਸ ਵੇਲੇ ਉਸ ਗਾਲ ਦਾ ਅਸਰ ਨਾ ਹੋਣਾ, ਇਹਨੂੰ ਕਹਿੰਦੇ ਨੇ ਅੱਖਰਾਂ ਤੋਂ ਪਾਰ ਚਲੇ ਗਏ। ਜਿਸ ਵੇਲੇ ਕਿਸੇ ਨੇ ਸਿਫਤ ਕੀਤੀ ਤੇ ਹਿਰਦਾ ਖੁਸ਼ ਨਾ ਹੋਣਾ, ਕਿਉਂ? ਕਿਉਂਕਿ ਸਿਫਤ ਵੀ ਤੇ ਅੱਖਰ ਹੀ ਨੇ। ਜੇ ਕਿਸੇ ਨੇ ਨਿੰਦਿਆ ਕੀਤੀ ਤੇ ਮਨ ਦਾ ਦੁਖੀ ਨਾ ਹੋਣਾ,
ਤੇ ਫਿਰ ਅਵਸਥਾ ਹੋ ਜਾਂਦੀ ਆ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਮਨੁੱਖ ਇਕੁਐਲਿਟੀ ਦੇ ਵਿੱਚ ਟਿਕ ਜਾਂਦਾ ਹੈ। ਮਨੁੱਖ ਆਪਣੇ ਅੰਦਰ ਉਸ ਸ਼ਕਤੀ ਨੂੰ ਮਹਿਸੂਸ ਕਰਦਾ ਹੈ ਜੋ ਅੱਖਰਾਂ ਦੇ ਵਿੱਚੋਂ ਪ੍ਰਗਟ ਨਹੀਂ ਹੋਈ, ਜੋ ਧੁਰੋਂ ਪ੍ਰਗਟ ਹੋਈ, ਜੋ ਪਰਮੇਸ਼ਵਰ ਦੇ ਵਿੱਚੋਂ ਪ੍ਰਗਟ ਹੋਈ, ਜੋ ਗੁਰੂ ਵਿੱਚੋਂ ਪ੍ਰਗਟ ਹੋਈ। ਪਰ ਮਹਾਰਾਜ ਜੀ ਕਹਿੰਦੇ ਨੇ ਅੱਖਰਾਂ ਦੇ ਵਿੱਚ ਹੀ ਸਾਰਾ ਸੰਸਾਰ ਲਪਟਿਆ ਪਿਆ ਹੈ, ਅੱਖਰਾਂ ਦੇ ਵਿੱਚ ਹੀ ਘੁਲਿਆ ਮਿਲਿਆ ਪਿਆ ਹੈ, ਅੱਖਰਾਂ ਦੇ ਵਿੱਚ ਹੀ ਇਹ ਲੜਦਾ ਰਹਿੰਦਾ ਹੈ, ਅੱਖਰਾਂ ਦੇ ਵਿੱਚ ਹੀ ਇਹਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ। ਇਹ ਅੱਖਰਾਂ ਤੋਂ ਪਾਰਲੇ ਪਾਸੇ ਨਹੀਂ ਜਾਂਦਾ। ਅੱਖਰੀ ਨਾਮ, ਅੱਖਰ ਦੁਆਰਾ ਹੀ ਇਹ ਪਰਮੇਸ਼ਵਰ ਦਾ ਨਾਮ ਜਪਦਾ ਹੈ, ਅੱਖਰਾਂ ਦੇ ਨਾਲ ਹੀ ਇਹ ਸਿਫਤ ਸਲਾਹ ਕਰਦਾ ਹੈ। ਅਖਰੀ ਗਿਆਨ ਗੀਤ ਗੁਣ ਗਾਹ, ਪਰਮੇਸ਼ਵਰ ਦੇ ਸਿਫਤ ਦੇ ਗੀਤ ਵੀ ਅੱਖਰਾਂ ਦੇ ਵਿੱਚ ਹੀ ਗਾਉਂਦਾ ਹੈ। ਇਹ ਗੁਣਾਂ ਦਾ ਜੋ ਗਾਹ ਪਾਉਂਦਾ ਹੈ, ਆਪ ਜੀ ਨੂੰ ਪਤਾ ਹੋਏਗਾ, ਅਸੀਂ ਕਹਿੰਦੇ ਦਾਣਿਆਂ ਦਾ ਗਾਉਣਾ, ਦਾਣਿਆਂ ਦਾ ਗਾਹ ਪਾਉਣਾ, ਫਸਲ ਦਾ ਗਾਹ ਪਾਉਣਾ। ਛਿੱਟਿਆਂ ਦੇ ਵਿੱਚੋਂ, ਕਣਕ ਦੇ ਛਿੱਟਿਆਂ ਦੇ ਵਿੱਚੋਂ ਜਿਸ ਵੇਲੇ ਦਾਣੇ ਕੱਢਣ ਦੀ ਪ੍ਰਕਿਰਿਆ ਅਸੀਂ ਦੇਖਦੇ ਹਾਂ, ਉਸ ਨੂੰ ਇਹ ਸ਼ਬਦ ਦਿੱਤਾ ਜਾਂਦਾ ਹੈ ਕਿ ਇਸ ਵੇਲੇ ਹੁਣ ਇਸ ਫਸਲ ਦਾ ਗਾਹ ਪਏਗਾ, ਫਲਿਆਂ ਦੇ ਨਾਲ ਇਸ ਫਸਲ ਨੂੰ ਗਾਹਿਆ ਜਾਏਗਾ। ਭਾਵ ਦਾਣੇ ਵੱਖਰੇ ਕੀਤੇ ਜਾਣਗੇ, ਛਿੱਟੇ ਵੱਖਰੇ ਕੀਤੇ ਜਾਣਗੇ, ਮੂਲ ਚੀਜ਼ ਵੱਖਰੀ ਕੀਤੀ ਜਾਏਗੀ, ਵਿਅਰਥ ਚੀਜ਼ ਵੱਖਰੀ ਕੀਤੀ ਜਾਏਗੀ। ਤੇ ਕਹਿੰਦੇ ਨੇ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਇਤਨੀ ਕੁ ਸਮਝ ਆ ਜਾਂਦੀ ਹੈ, ਸੂਝੀ ਆ ਜਾਂਦੀ ਹੈ। ਫਿਰ ਪਤਾ ਲੱਗਦਾ ਹੈ ਗੁਰੂ ਦੇ ਕੋਲ ਬੈਠ ਕੇ ਤੇ ਰੱਬ ਵਾਲੇ ਪਾਸੇ ਦਾ ਰਸਤਾ ਸ਼ੁਰੂ ਹੁੰਦਾ ਹੈ, ਤੇ ਸੰਸਾਰੀ ਲੋਕਾਂ ਦੇ ਕੋਲ ਬਹਿ ਕੇ ਆਤਮਿਕ ਸ਼ਕਤੀ ਖਤਮ ਹੁੰਦੀ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਅੱਖਰਾਂ ਦੇ ਦੁਆਰਾ ਹੀ ਮਨੁੱਖ ਗੁਣਾਂ ਦਾ ਵਾਕਫ ਹੁੰਦਾ ਹੈ, ਅੱਖਰਾਂ ਦੁਆਰਾ ਹੀ ਗੁਣਾਂ ਦੀ ਸਮਝ ਪੈਂਦੀ ਹੈ, ਅੱਖਰਾਂ ਦੁਆਰਾ ਹੀ ਇਹ ਹਰ ਚੀਜ਼ ਨੂੰ ਗਾਉਣ ਦੇ ਸਮਰੱਥ ਹੁੰਦਾ ਹੈ, ਕਿਹੜੀ ਚੀਜ਼ ਚੰਗੀ ਹੈ, ਕਿਹੜੀ ਚੀਜ਼ ਮੰਦੀ ਹੈ। ਅਖਰੀ ਲਿਖਣ ਬੋਲਣ ਬਾਣ, ਸਾਡਾ ਬੋਲਣਾ ਇਹ ਵੀ ਅੱਖਰਾਂ ਵਿੱਚ ਹੈ ਜੀ। ਤੇ ਅਸੀਂ ਜੋ ਸੋਚ ਰਹੇ ਹਾਂ ਉਹ ਅਸੀਂ ਦੂਜੇ ਦੇ ਸਾਹਮਣੇ ਅੱਖਰ ਰੱਖ ਕੇ ਬੋਲ ਕੇ ਅਸੀਂ ਪ੍ਰਗਟ ਕਰਦੇ ਹਾਂ ਕਿ ਸਾਡੇ ਅੰਦਰ ਕੈਸੇ ਭਾਵ ਚੱਲ ਰਹੇ ਹਨ। ਅੱਖਰਾ ਸਿਰ ਸੰਜੋਗ ਵਖਾਣ, ਤੇ ਸਾਡੇ ਅੰਦਰ ਜੋ ਭਾਵ ਚੱਲਦੇ ਹਨ, ਸਾਡੇ ਅੰਦਰ ਸੰਜੋਗ ਦੀ ਭਾਵਨਾ ਇਸ ਵੇਲੇ ਪ੍ਰਬਲ ਹੈ। ਤੇ ਕਹਿੰਦੇ ਨੇ ਇਹ ਵੀ ਅੱਖਰਾਂ ਦੇ ਰਾਹੀਂ ਹੀ ਅਸੀਂ ਪ੍ਰਗਟ ਕਰਦੇ ਹਾਂ, ਤੇ ਅਸੀਂ ਹਰ ਚੀਜ਼ ਨੂੰ ਅੱਖਰਾਂ ਦੇ ਵਿੱਚ ਹੀ ਤੋਲਣ ਦੀ ਕੋਸ਼ਿਸ਼ ਕਰਦੇ ਹਾਂ, ਜਦ ਕਿ ਪਰਮੇਸ਼ਵਰ ਨੇ ਅੱਖਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਲਿਖੀਆਂ। ਪਰ ਅਸੀਂ ਮਟੀਰੀਅਲਿਸਟਿਕ ਸੰਸਾਰ ਦੇ ਵਿੱਚ ਅਸੀਂ ਜਿਉਂਦੇ ਪਏ ਹਾਂ, ਤੇ ਅਸੀਂ ਹਰ ਚੀਜ਼ ਨੂੰ ਅੱਖਰਾਂ ਦੇ ਰਾਹੀਂ ਹੀ ਐਕਸਪਲੇਨ ਕਰਦੇ ਪਏ ਹਾਂ। ਤੇ ਜਦ ਕਿ ਇਹ ਹੌਲੀ ਹੌਲੀ ਅੱਖਰ ਸਮਾਪਤ ਹੋ ਜਾਂਦੇ ਨੇ, ਸੁੰਨ ਅਵਸਥਾ ਰਹਿ ਜਾਂਦੀ ਹੈ, ਉੱਥੇ ਅੱਖਰ ਕੋਈ ਨਹੀਂ। ਇਸ ਨੂੰ ਗੁਰਬਾਣੀ ਕਹਿੰਦੀ ਹੈ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮਸੁਨੰ, ਚੌਥੈ ਸੁਨੈ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨੰ। ਕੋਈ ਬੋਲਦਾ ਪਿਆ ਹੋਵੇ ਨਾ, ਅਵਸਥਾ ਐਸੀ ਹੋ ਜਾਂਦੀ ਹੈ, ਦੂਜੇ ਦੇ ਬੋਲ ਇੰਜ ਮਹਿਸੂਸ ਹੁੰਦੇ ਨੇ, ਇਹ ਮੂੰਹ ਹਿਲਾਈ ਜਾਂਦਾ ਹੈ, ਪਰ ਇਹਦੇ ਜਿਹੜੇ ਬੋਲ ਨੇ, ਇਹਦੇ ਅੱਖਰ ਨੇ, ਇਹਨਾਂ ਦੀ ਵੈਲਿਊ ਕੋਈ ਨਹੀਂ। ਉਸ ਵੇਲੇ ਆਸੇ ਪਾਸੇ ਦਾ ਰੌਲਾ ਵੀ ਫਿਰ ਅੱਖਰਾਂ ਦੇ ਵਿੱਚੋਂ ਮਨੁੱਖ ਦੀ ਸੁਰਤ ਨਿਕਲ ਗਈ, ਉਸ ਅਸੀਮ ਤੱਕ ਪਹੁੰਚ ਗਈ। ਫਿਰ ਆਸੇ ਪਾਸੇ ਦਾ ਰੌਲਾ ਉਹ ਸਿਮਰਨ ਬਣ ਜਾਂਦਾ। ਫਿਰ ਹਰ ਚੀਜ਼ ਸੁੰਨ ਮਹਿਸੂਸ ਹੁੰਦੀ ਹੈ, ਹਰ ਚੀਜ਼ ਸੁੰਨ ਮਹਿਸੂਸ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਅੱਖਰਾਂ ਦੇ ਰਾਹੀਂ ਹੀ ਅਸੀਂ ਭਾਗਾਂ ਦਾ ਅਸੀਂ ਵਿਖਿਆਨ ਕਰਦੇ ਹਾਂ ਕਿ ਕਿਹੜੀ ਚੀਜ਼ ਦੇ ਮਿਲਣ ਨਾਲ ਸਾਨੂੰ ਚੰਗਾ ਲੱਗਾ, ਕਿਹੜੀ ਚੀਜ਼ ਦੇ ਵਿਛੜਨ ਦੇ ਨਾਲ ਸਾਨੂੰ ਬੁਰਾ ਲੱਗਾ। ਪਰ ਅਸਲ ਵਿੱਚ ਜੋ ਅਸੀਂ ਦੱਸ ਰਹੇ ਹੁੰਦੇ ਆ ਉਹ ਅਸੀਂ ਸੰਪੂਰਨ ਨਹੀਂ ਦੱਸ ਸਕਦੇ। ਕਿਉਂ? ਕਿਉਂਕਿ ਦੁੱਖ ਹਮੇਸ਼ਾ ਰੱਬ ਨੂੰ ਭੁੱਲਣ ਤੋਂ ਬਾਅਦ ਹੀ ਸ਼ੁਰੂ ਹੁੰਦਾ, ਸਾਨੂੰ ਉਹਦੀ ਸਮਝ ਕੋਈ ਨਹੀਂ। ਸਾਡਾ ਅੱਖਰਾਂ ਦੇ ਵਿੱਚ ਦੁਖੀ ਹੋਣਾ ਉਹ ਵੀ ਅਧੂਰਾ ਦੱਸਦਾ, ਤੇ ਸਾਡਾ ਖੁਸ਼ ਹੋਣਾ ਉਹ ਵੀ ਅਧੂਰਾ ਹੀ ਹੁੰਦਾ, ਕਿਉਂਕਿ ਅੱਖਰ ਅਸਲ ਵਿੱਚ ਐਗਜ਼ਿਸਟ ਕਰਦੇ ਹੀ ਨਹੀਂ, ਅੱਖਰ ਹੈ ਹੀ ਨਹੀਂ। ਅੱਖਰਾਂ ਦਾ ਜਨਮ ਬੁੱਧੀ ਦੇ ਨਾਲ ਹੈ,
ਤੇ ਜਿਸ ਵੇਲੇ ਸਿਮਰਨ ਦੀ ਅਵਸਥਾ ਮਿਲਦੀ ਹੈ ਤੇ ਅੱਖਰ ਕੋਈ ਨਹੀਂ ਰਹਿ ਜਾਂਦਾ, ਕੋਈ ਅੱਖਰ ਨਹੀਂ ਰਹਿ ਜਾਂਦਾ, ਨਾ ਕੋਈ ਜਾਪ ਰਹਿ ਜਾਂਦਾ, ਨਾ ਕੋਈ ਸ਼ਬਦ ਰਹਿ ਜਾਂਦਾ, ਉੱਥੇ ਪਰਮ ਪ੍ਰਕਾਸ਼ ਹੀ ਰਹਿ ਜਾਂਦਾ। ਪਰ ਉੱਥੋਂ ਤੱਕ ਪਹੁੰਚਣ ਵਾਸਤੇ ਅਸੀਂ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਾਂਗੇ, ਪਹੁੰਚਿਆ ਤਾਂ ਹੀ ਜਾਣਾ। ਜਿੱਥੋਂ ਬਾਣੀ ਆਈ ਹੈ ਉੱਥੇ ਸਾਨੂੰ ਲੈ ਜਾਏਗੀ। ਜੋ ਸ਼ਬਦ ਨੇ ਇਹ ਆਪ ਜੀ ਨੂੰ ਸੁਣਨ ਵਿੱਚ ਥੋੜ੍ਹੇ ਜਿਹੇ ਅਜੀਬ ਲੱਗਣਗੇ, ਅੱਖਰ ਹੈ ਹੀ ਨਹੀਂ। ਆਪ ਜੀ ਕਹੋਗੇ ਕਿਵੇਂ ਹੋ ਸਕਦਾ, ਅਸਲ ਵਿੱਚ ਅਸੀਂ ਵੀ ਹੈ ਹੀ ਨਹੀਂ, ਸਾਡਾ ਕਦੀ ਜਨਮ ਹੋਇਆ ਹੀ ਨਹੀਂ। ਆਪ ਜੀ ਕਹੋਗੇ ਹੁਣ ਅਸੀਂ ਹੈ ਹੀ ਨਹੀਂ। ਹਾਂ, ਅਸੀਂ ਹੈ ਹੀ ਨਹੀਂ। ਕਿਉਂ ਨਹੀਂ? ਕਿਉਂਕਿ ਇਹ ਸ੍ਰਿਸ਼ਟੀ ਹੈ ਹੀ ਨਹੀਂ। ਇਹ ਮ੍ਰਿਤ ਮੰਡਲ ਹੈ, ਮੌਤ ਦਾ ਦੇਸ਼ ਹੈ। ਜੋ ਪਹਿਲਾਂ ਨਹੀਂ ਸੀ ਹੁਣ ਭਾਸਦਾ ਹੈ, ਬਾਅਦ 'ਚ ਨਹੀਂ ਹੋਏਗਾ। ਪਰ ਅਸੀਂ ਭਰਮ ਦੇ ਵਿੱਚ ਪੈ ਕੇ ਆਪਣੀ ਹੋਂਦ ਨੂੰ ਸਵੀਕਾਰ ਕਰੀ ਬੈਠੇ ਹਾਂ, ਗੁਰੂ ਕੇ ਸ਼ਬਦ ਤੋਂ ਦੂਰ ਹੋ ਗਏ। ਇਸ ਕਰਕੇ ਝੂਠੀ ਜਿਹੀ ਜ਼ਿੰਦਗੀ ਜਿਉਂਦੇ ਪਏ ਹਾਂ। ਹੌਲੀ 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 ਸ਼ਬਦ ਦੇ ਜਾਪ ਦੇ ਨਾਲ ਸਾਨੂੰ ਮਹਿਸੂਸ ਹੋਏਗਾ ਕਿ ਅਸਲ ਵਿੱਚ ਖੇਡ ਤਾਂ ਕੁਝ ਹੋਰ ਵਰਤਦੀ ਹੈ, ਅਸੀਂ ਕੁਝ ਹੋਰ ਹੀ ਸਮਝਦੇ ਰਹੇ। ਉਹ ਸਿਰਫ ਬ੍ਰਹਮ ਗਿਆਨੀ ਨੂੰ ਸਮਝ ਹੁੰਦੀ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅੱਖਰਾਂ ਦੇ ਰਾਹੀਂ ਅਸੀਂ ਸੰਜੋਗ ਤੇ ਵਿਜੋਗ ਦੀ ਵਿਆਖਿਆ ਕਰਦੇ ਹਾਂ, ਅੱਖਰਾਂ ਦੇ ਰਾਹੀਂ ਅਸੀਂ ਭਾਗਾਂ ਦੀ ਵਿਆਖਿਆ ਕਰਦੇ ਹਾਂ। ਇਹ ਚੀਜ਼ ਅਧੂਰੀ ਹੈ, ਇਹ ਸੰਪੂਰਨ ਨਹੀਂ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਜਿਨ ਇਹ ਲਿਖੇ ਤਿਸ ਸਿਰ ਨਾਹਿ। ਜਿਸ ਪਰਮੇਸ਼ਵਰ ਨੇ ਇਹਨਾਂ ਅੱਖਰਾਂ ਨੂੰ ਸਿਰਜਿਆ, ਉਹ ਪਰਮੇਸ਼ਵਰ ਅੱਖਰਾਂ ਵਿੱਚ ਨਹੀਂ ਹੈ। ਉਸ ਪਰਮੇਸ਼ਵਰ ਦੇ ਮਸਤਕ ਤੇ ਕੋਈ ਅੱਖਰ ਨਹੀਂ ਲਿਖਿਆ। ਤੇ ਜਦੋਂ ਕੋਈ ਸ਼ਬਦ ਦਾ ਜਾਪ ਕਰਦਾ ਕਰਦਾ ਰੱਬ ਤੱਕ ਪਹੁੰਚ ਜਾਂਦਾ, ਉਹ ਵੀ ਅੱਖਰਾਂ ਤੋਂ ਬਿਨਾਂ ਹੋ ਜਾਂਦਾ। ਉਹਦੇ ਵੀ ਮਸਤਕ ਦੇ ਉੱਤੇ ਕੋਈ ਲੇਖ ਲਿਖਿਆ ਨਹੀਂ ਰਹਿ ਜਾਂਦਾ। ਹਾਂਜੀ, ਜਿਵ ਫਰਮਾਏ ਤਿਵ ਤਿਵ ਪਾਹੇ। ਜਿਵੇਂ ਜਿਵੇਂ ਪਰਮੇਸ਼ਵਰ ਦਾ ਹੁਕਮ ਵਰਤਦਾ ਹੈ, ਉਸੇ ਤਰ੍ਹਾਂ ਹੀ ਇਸ ਸੰਸਾਰ ਦੇ ਲੋਕ ਦੁੱਖ ਤੇ ਸੁੱਖ ਨੂੰ ਭੋਗਦੇ ਹਨ, ਦੁੱਖ ਤੇ ਸੁੱਖ ਨੂੰ ਮਹਿਸੂਸ ਕਰਦੇ ਹਨ। ਚੇਤਾ ਕੀਤਾ ਤੇਤਾ ਨਾਉ। ਇਹ ਜਿੰਨਾ ਵੀ ਸੰਸਾਰ ਹੈ ਉਹ ਪਰਮੇਸ਼ਵਰ ਜੀ ਨੇ ਬਣਾਇਆ ਹੈ, ਇਹ ਉਸੇ ਦਾ ਹੀ ਰੂਪ ਹੈ। ਪਰ ਸਾਨੂੰ ਨਹੀਂ ਲੱਗਦਾ। ਸਾਨੂੰ ਕੀ ਲੱਗਦਾ? ਮਹਾਰਾਜ ਜੀ ਕਹਿੰਦੇ ਤੂੰ ਜ਼ਹਿਰਮਈ ਕਹਿੰਦਾ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ। ਇਹ ਤੈਨੂੰ ਲੱਗਦਾ ਆ ਕਿ ਇਹ ਜ਼ਹਿਰਮਈ ਹੈ, ਇਹੋ ਹਰ ਕਾ ਰੂਪ ਹੈ, ਪਰ ਅਸਲ ਵਿੱਚ ਹੈ ਤੇ ਪਰਮੇਸ਼ਵਰ ਦਾ ਸਰੂਪ। ਹਰ ਰੂਪ ਨਦਰੀ ਆਇਆ। ਪਰ ਉੱਥੋਂ ਤੱਕ ਪਹੁੰਚਣ ਵਾਸਤੇ ਤੈਨੂੰ ਆਪਣੀ ਸੁਰਤ ਬਾਰੀਕ ਕਰਕੇ ਗੁਰੂ ਦੇ ਸ਼ਬਦ ਨਾਲ ਜੋੜ ਕੇ ਤੈਨੂੰ ਸਰੀਰਾਂ ਤੋਂ ਪਾਰ ਲੈ ਕੇ ਜਾਣੀ ਪਏਗੀ, ਫਿਰ ਸਮਝ ਪਏਗੀ। ਨਹੀਂ ਤਾਂ ਜਿਵੇਂ ਤੂੰ ਜਿਉਂਦਾ ਪਿਆ ਵਾ, ਇਹ ਤਾਂ ਤੂੰ ਜ਼ਿੰਦਗੀ ਪ੍ਰਾਪਤ ਕੀਤੀ ਹੋਈ ਆ, ਤੇ ਇਹਦਾ ਤੈਨੂੰ ਕੋਈ ਲਾਹਾ ਤੇ ਕੋਈ ਮਿਲਿਆ ਨਹੀਂ ਅਜੇ ਤੱਕ। ਜੇ ਮਿਲਿਆ ਹੁੰਦਾ ਤੇ ਅੰਦਰ ਪ੍ਰਕਾਸ਼ ਨਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਨੇ ਇਹ ਸੰਸਾਰ ਪਰਮੇਸ਼ਵਰ ਜੀ ਨੇ ਬਣਾਇਆ ਤੇ ਇਹ ਉਸੇ ਦਾ ਹੀ ਰੂਪ ਹੈ। ਇਸ ਕਰਕੇ ਤੂੰ ਉਸ ਰੂਪ ਤੱਕ ਪਹੁੰਚਣਾ ਆ, ਤੂੰ ਸਰੀਰਾਂ ਤੱਕ ਨਹੀਂ ਪਹੁੰਚਣਾ। ਪਰ ਅਸੀਂ ਸਰੀਰਾਂ ਨਾਲ ਹੀ ਜੁੜੇ ਹੋਏ ਆ ਨਾ। ਆਖੇ ਜੀ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ, ਚਲੋ ਜੀ ਚੱਲੀਏ ਕਿੱਥੇ, ਅਫਸੋਸ ਕਰ ਆਈਏ। ਕਿਹਦਾ ਅਫਸੋਸ? ਜਿਹੜਾ ਹੈ ਹੀ ਨਹੀਂ। ਤੇ ਕਰਨਾ ਕਿਹਦੇ ਨਾਲ? ਉਹਨਾਂ ਨਾਲ ਇਸ ਕਰਕੇ ਕਰਨਾ ਤਾਂ ਜੋ ਉਹਨਾਂ ਨੂੰ ਮਾੜਾ ਨਾ ਲੱਗੇ ਕਿ ਇਹ ਆਇਆ ਹੀ ਨਹੀਂ। ਵੇਖੋ ਕਿੰਨੀ ਝੂਠੀ ਜ਼ਿੰਦਗੀ ਜਿਉਂਦੇ ਪਏ ਹਾਂ ਅਸੀਂ, ਕਿੰਨੀ ਝੂਠੀ ਜੀ ਜ਼ਿੰਦਗੀ ਆ। ਅਫਸੋਸ ਉਹਦਾ ਕਰਨਾ ਜਿਹੜਾ ਹੈ ਹੀ ਨਹੀਂ, ਤੇ ਕਰਨਾ ਉਹਨਾਂ ਦੇ ਨਾਲ ਜਿਨ੍ਹਾਂ ਨੇ ਇੱਕ ਦਿਨ ਚਲੇ ਜਾਣਾ। ਤੇ ਕਰ ਵੀ ਉਹ ਰਿਹਾ ਜਿਹਨੇ ਖੁਦ ਵੀ ਨਹੀਂ ਰਹਿਣਾ। ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪਣ ਜੀਜੈ। ਆਪ ਤੇ ਤੂੰ ਜਿਉਂਦਾ ਰਹਿਣਾ ਨਹੀਂ, ਤੇ ਦੂਜੇ ਨੂੰ ਮਾੜਾ ਨਾ ਲੱਗੇ ਇਸ ਕਰਕੇ ਜਾਣਾ ਆ। ਤੇ ਤੂੰ ਇਹ ਨਹੀਂ ਦੇਖਦਾ ਕਿ ਜਿੰਨਾ ਸਮਾਂ ਕਿਸੇ ਦੇ ਖੁਸ਼ੀ ਦਾ ਸਮਾਂ ਆਇਆ, ਜੇ ਨਾ ਗਿਆ ਮਾੜਾ ਲੱਗੂ। ਇਹਨੂੰ ਲੋਕਾਂ ਦੀ ਬੜੀ ਸਮਝ ਆ। ਵਿਆਹਾਂ ਤੇ ਨਾ ਗਿਆ ਤੇ ਮਾੜਾ ਲੱਗੂ, ਭੋਗ ਤੇ ਨਾ ਗਿਆ ਮਾੜਾ ਲੱਗੂ। ਇਹ ਸੋਚਦਾ ਹੀ ਨਹੀਂ ਕਿ ਜੇ ਤੂੰ ਜਿਉਂਦੇ ਜੀ ਮੁਕਤ ਨਾ ਹੋਇਆ ਤੇ ਤੇਰੇ ਗੁਰੂ ਨੂੰ ਮਾੜਾ ਲੱਗੂ। ਉਧਰਲੇ ਪਾਸੇ ਤੇ ਅਸੀਂ ਜਾਣਾ ਹੀ ਨਹੀਂ ਨਾ। ਅਸੀਂ ਕੰਮ ਲੱਭਦੇ ਹਾਂ ਸੌਖਾ। ਸੌਖਾ ਕੰਮ ਕੀ ਆ? ਵੇਖੋ
ਕੈਸੀ ਗੱਲ ਆ। ਇਹ ਸ਼ਬਦ ਅਸੀਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ। ਕੀ ਸ਼ਬਦ? ਕੋਈ ਚੜ੍ਹਾਈ ਕਰ ਗਿਆ, ਅਸੀਂ ਜਾ ਕੇ ਵੇਖੋ ਕਿੰਨੀ ਝੂਠੀ ਜੀ ਗੱਲ ਕਰਦੇ ਆ, ਮਾੜਾ ਹੋਇਆ। ਇੱਕ ਪਾਸੇ ਤੂੰ ਕਹਿਣਾ ਜੋ ਦੁੱਧ ਭਾਵੈ ਸਾਈ ਭਲੀ ਕਰ, ਤੂੰ ਆਪਣੀ ਜ਼ੁਬਾਨ ਤੇ ਕਾਇਮ ਹੀ ਨਹੀਂ ਹੈਗਾ, ਤੂੰ ਬੜਾ ਦੋਗਲਾ ਬੰਦਾ ਹੈ। ਇੱਕ ਪਾਸੇ ਤੂੰ ਕਹਿਣਾ ਜੋ ਕਰਦਾ ਚੰਗਾ ਕਰਦਾ। ਹੁਣ ਕਹਿ ਉੱਥੇ ਕਿ ਚੰਗਾ ਹੋਇਆ ਤੇਰਾ ਪੁੱਤ ਮਰ ਗਿਆ, ਨਾਲ ਹੀ ਇਹਨੂੰ ਢਾਹ ਕੇ ਕੁੱਟਣਾ ਕਿ ਪਹਿਲਾਂ ਇਹਨੂੰ ਕੁੱਟੋ। ਪੁੱਤ ਤੇ ਜਿਹੜਾ ਚਲ ਗਿਆ, ਘਰ ਵਾਲਾ ਚਲ ਗਿਆ, ਘਰ ਵਾਲੀ ਚਲ ਗਈ, ਪਹਿਲਾਂ ਇਹਨੂੰ ਲੰਮੇ ਪਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਝੂਠੀ ਜ਼ਿੰਦਗੀ ਜਿਉਂਦਾ ਪਿਆ ਆ। ਗੁਰੂ ਤੇਰਾ ਕੁਝ ਹੋਰ ਕਹਿੰਦਾ, ਤੂੰ ਕੁਝ ਹੋਰ ਕਹਿੰਦਾ, ਤਾਂ ਹੀ ਤੇ ਤੇਰਾ ਆਪਸੀ ਮਿਲਾਪ ਨਹੀਂ ਹੁੰਦਾ। ਬਸ ਅਸੀਂ ਰਿਸ਼ਤੇਦਾਰੀਆਂ ਵਿੱਚ ਜਾਣਾ ਹੁੰਦਾ ਤੇ ਅਸੀਂ ਵੇਖ ਲਓ ਜੀ, ਅਸੀਂ 500 ਕਿਲੋਮੀਟਰ ਤੱਕ ਚਲੇ ਜਾਂਦੇ ਹਾਂ ਰਿਸ਼ਤੇਦਾਰੀਆਂ ਦੇ ਵਿੱਚ। ਇੱਥੋਂ ਤੱਕ ਕਿ ਇੱਥੋਂ ਅਮਰੀਕਾ ਚਲ ਗਏ, ਇੱਥੋਂ ਕੈਨੇਡਾ ਚਲ ਗਏ, ਇੱਥੋਂ UK ਚਲੇ ਗਏ, ਇੰਡੀਆ ਤੋਂ। ਕਿਉਂ? ਉੱਥੇ ਬੁਲਾਇਆ ਨਾ ਗਏ ਤਾਂ ਅਗਲਾ ਗੁੱਸਾ ਕਰੂ। ਹਾਂਜੀ, ਤੇ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਗੁਰੂ ਘਰ ਤੱਕ ਨਹੀਂ ਜਾ ਸਕਦੇ। ਵੇਖੋ, ਤੇ ਫਿਰ ਬਾਅਦ 'ਚ ਅਸੀਂ ਕਹਿਣਾ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਹੀ ਨਹੀਂ ਕਰਦੇ, ਕੀ ਗੱਲ ਹੋ ਗਈ? ਸੱਚੇ ਪਾਤਸ਼ਾਹ ਤੇ ਬਖਸ਼ਿਸ਼ ਦਾ ਭੰਡਾਰਾ ਲੈ ਕੇ ਤੇ ਤੁਹਾਡੇ ਸਾਹਮਣੇ ਖੜੇ ਆ, ਤੇ ਅਸੀਂ ਜੇ ਆਪ ਹੀ ਨਾ ਜਾਈਏ ਤੇ ਫਿਰ ਅਸੀਂ ਕਹੀਏ ਕਿ ਸਾਨੂੰ ਸੁੱਤੇ ਪਏ ਬਖਸ਼ਿਸ਼ ਮਿਲ ਜੇ, ਕਿਵੇਂ ਮਿਲ ਜੇਗੀ? ਮਹਾਰਾਜ ਜੀ ਕਹਿੰਦੇ ਨੇ ਉਹ ਭਾਈ ਤੂੰ ਝੂਠੀ ਜੀ ਜ਼ਿੰਦਗੀ ਜਿਹੜਾ ਜਿਉਂਦਾ ਪਿਆ ਆ, ਤੂੰ ਆਪ ਹੀ ਦੱਸ ਇੰਨੇ ਭੋਗਾਂ ਤੇ ਗਿਆ ਕੋਈ ਤੈਨੂੰ ਪ੍ਰਾਪਤੀ ਹੋਈ? ਇੰਨੀਆਂ ਖੁਸ਼ੀਆਂ ਤੇ ਗਿਆ ਕੋਈ ਤੈਨੂੰ ਖੁਸ਼ੀ ਮਿਲੀ? ਤੇ ਬੈਠ ਟਿਕ, ਜੇ ਉਹਨਾਂ ਥਾਵਾਂ ਤੇ ਜਾਵੇਂਗਾ ਵੀ ਉਹਨਾਂ ਥਾਵਾਂ ਤੇ ਵੀ ਭਗਤੀ ਕਰ। ਦਾਸ ਇਹ ਨਹੀਂ ਕਹਿੰਦਾ ਪਿਆ ਕਿ ਤੁਸੀਂ ਜਾਓ ਨਾ, ਖੁਸ਼ੀ ਗਮੀ ਤੇ ਜਾਓ, ਪਰ ਉੱਥੇ ਜਾ ਕੇ ਤੇ ਉੱਥੇ ਵੀ ਬੰਦਗੀ ਕਰਕੇ ਆਓ। ਉਸ ਪਰਿਵਾਰ ਦੇ ਅੰਦਰ ਵੀ ਗੁਰੂ ਕੇ ਸ਼ਬਦ ਦਾ ਟਿਕਾਓ ਹੋਵੇ, ਉੱਥੇ ਵੀ ਭਗਤੀ ਦੀਆਂ ਤੁਸੀਂ ਲਹਿਰਾਂ ਛੱਡ ਕੇ ਆਓ। ਤੇ ਜੇ ਉੱਥੇ ਜਾ ਕੇ ਬਸ ਰੱਬ ਨੂੰ ਉਲਾਮੇ ਦੇਣੇ ਆ, ਉਲਾਮੇ ਦਿੰਦੇ ਆ। ਅਜੇ ਉਮਰ ਕੀ ਸੀ, ਰੱਬ ਨੂੰ ਪਤਾ ਹੀ ਨਹੀਂ, ਇਹ ਛੋਟੀ ਉਮਰੇ ਹੀ ਲੈ ਗਿਆ। ਰੱਬ ਨੂੰ ਤਾਂ ਸਮਝਾਉਂਦੇ, ਰੱਬ ਨੂੰ ਅਸੀਂ ਬੱਚਾ ਬਣਾ ਕੇ ਕਹਿੰਦੇ ਆ ਸੁਣ ਹੁਣ ਧਿਆਨ ਨਾਲ, ਤੈਨੂੰ ਪਤਾ ਨਹੀਂ ਆ ਤੂੰ ਕਿਹੜੇ ਵੇਲੇ ਜਨਮ ਦੇਣਾ ਤੇ ਕਿਹੜੇ ਵੇਲੇ ਤੂੰ ਮਰਨ ਦੇਣਾ ਆ, ਤੈਨੂੰ ਅਸੀਂ ਸਮਝਾਉਂਦੇ ਹਾਂ। ਇੱਦਾਂ ਹੀ ਅਸੀਂ ਇੱਦਾਂ ਹੀ ਟਰੀਟ ਕਰਦੇ ਹਾਂ, ਲਾਈਕ ਏ ਚਾਈਲਡ। ਅਸੀਂ ਬੱਚੇ ਵਾਂਗੂ ਟਰੀਟ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਸ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੀ ਸਾਰੇ ਦੁੱਖ ਸੁੱਖ ਭੋਗਦੇ ਹਨ। ਤੇ ਇਹ ਪਰਮੇਸ਼ਵਰ ਨੇ ਜੋ ਸੰਸਾਰ ਸਿਰਜਿਆ, ਜੇਤਾ ਕੀਤਾ ਤੇਤਾ ਨਾਉ। ਇੱਥੇ ਨਾਉ ਦਾ ਅਰਥ ਹੈ ਉਸੇ ਦਾ ਹੀ ਸਵਰੂਪ ਹੈ, ਪਰਮੇਸ਼ਵਰ ਦਾ ਹੀ ਸਵਰੂਪ ਹੈ ਸਾਰਾ ਸੰਸਾਰ। ਤੇ ਇੱਕ ਅਟਲ ਸੱਚਾਈ ਨੂੰ ਧਿਆਨ ਨਾਲ ਸੁਣੀ। ਕਿਹੜੀ ਸੱਚਾਈ? ਆਓ ਸ਼ਰਵਣ ਕਰੀਏ। ਵਿਣ ਨਾਵੈ ਨਾਹੀ ਕੋ ਥਾਉ। ਐ ਸਜਣਾ, ਜੇ ਤੂੰ ਸਰੀਰ ਤਿਆਗਣ ਤੋਂ ਪਹਿਲਾਂ ਬੰਦਗੀ ਨਾ ਕੀਤੀ, ਪਰਮੇਸ਼ਵਰ ਦਾ ਨਾਮ ਨਾ ਜਪਿਆ, ਤੈਨੂੰ ਦਰਗਾਹ 'ਚ ਥਾਂ ਨਹੀਂ ਮਿਲਣਾ। ਦੂਜਾ ਅਰਥ, ਕੋਈ ਵੀ ਸ੍ਰਿਸ਼ਟੀ ਦੇ ਵਿੱਚ ਐਸੀ ਥਾਂ ਨਹੀਂ ਹੈ ਜਿੱਥੇ ਪਰਮੇਸ਼ਵਰ ਦਾ ਪ੍ਰਕਾਸ਼ ਸਵਰੂਪ ਨਾਮ ਪ੍ਰਗਟ ਨਾ ਹੋਇਆ ਹੋਵੇ। ਹਰ ਥਾਂ ਦੇ ਉੱਤੇ ਪ੍ਰਗਟ ਹੈ, ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ। ਪਰਮੇਸ਼ਵਰ ਤੇ ਹਾਜ਼ਰਾ ਹਜ਼ੂਰ ਹੈ, ਅਸੀਂ ਹੀ ਹਾਜ਼ਰਾ ਹਜ਼ੂਰ ਨਹੀਂ ਹੁੰਦੇ। ਮਹਾਰਾਜ ਜੀ ਕਹਿੰਦੇ ਦੁੰਦਰ ਬਾਂਧੋ ਸੁੰਦਰ ਪਾਵੋ। ਅਸੀਂ ਭਟਕਦੇ ਫਿਰਦੇ ਹਾਂ, ਦੌੜਦੇ ਫਿਰਦੇ ਹਾਂ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਹੇ ਪ੍ਰਭੂ, ਹੇ ਮਾਲਕ ਜੀ, ਮੇਰੇ ਵਿੱਚ ਕੀ ਸ਼ਕਤੀ ਕਿ ਮੈਂ ਤੇਰੀ ਬਣਾਈ ਹੋਈ ਰਚਨਾ ਕੁਦਰਤ ਦੀ ਮੈਂ ਇੱਕ ਵੀ ਵਿਚਾਰ ਕਰ ਸਕਾਂ। ਮੇਰੇ ਵਿੱਚ ਕੋਈ ਸਮਰੱਥਾ ਨਹੀਂ ਹੈ। ਤੇ ਕੋਈ ਸਾਨੂੰ ਪੁੱਛੇ, ਅਸੀਂ ਕਹਿੰਦੇ ਹਾਂ ਦੱਸੋ ਜੀ ਵਿਚਾਰ ਕਿਹੜੀ ਚੀਜ਼ ਦੀ ਕਰਨੀ ਆ? ਰੱਬ ਦੂਜੇ ਨੰਬਰ ਤੇ, ਅਸੀਂ ਪਹਿਲੇ ਨੰਬਰ ਤੇ, ਅਸੀਂ ਜ਼ਿਆਦਾ ਸਿਆਣੇ ਹਾਂ। ਤੇ ਇਹ ਪੰਕਤੀ ਦੱਸ ਰਹੀ ਆ ਕਿ ਸਿੱਖ ਇਤਨਾ ਨਿਰਮਾਣ ਤੇ ਇੰਨਾ ਜਗਿਆਸੂ ਹੋਣਾ ਚਾਹੀਦਾ ਕਿ ਸਿੱਖ ਦਾ ਹੀ ਰਵੇ, ਸਿੱਖ ਦਾ ਹੀ ਰਵੇ। ਦਾਵਾ ਨਾ ਕਰੇ ਕਿ ਮੈਂ ਹੁਣ ਸਿੱਖ ਲਿਆ ਜੋ ਸਿੱਖਣਾ ਸੀ, ਆਈ ਐਮ ਮਾਸਟਰ, ਹੁਣ ਮੈਂ ਮਾਸਟਰ ਬਣ ਗਿਆ ਜੀ, ਬਾਕੀ ਸਾਰੇ ਵਿਦਿਆਰਥੀ ਬਣ ਜਾਓ। ਤਕਰੀਬਨ ਸਾਡਾ ਮਨ ਇਹੋ ਜਿਹਾ ਹੀ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਮੈਂ ਇੱਕ ਵਾਰੀ ਵੀ ਹੇ ਪ੍ਰਭੂ ਨਾ ਤੇਰੇ ਤੋਂ ਵਾਰ ਨਹੀਂ ਜਾ ਸਕਦਾ ਆ, ਨਾ ਤੇਰੀ ਕੁਦਰਤ ਤੋਂ,
ਮੈਂ ਤੇਰੀ ਕੁਦਰਤ ਅੱਗੇ, ਮੈਂ ਤੇਰੇ ਅੱਗੇ ਆਪਣੀ ਹਸਤੀ ਨੂੰ ਤੁੱਛ ਸਮਝਦਾ ਹਾਂ, ਆਪਣੀ ਹਸਤੀ ਨੂੰ ਬਿਲਕੁਲ ਛੋਟਾ ਜਿਹਾ ਸਮਝਦਾ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਮਾਲਕ ਜੀ, ਜੋ ਤੁਹਾਨੂੰ ਚੰਗਾ ਲੱਗਦਾ ਹੁਣ ਮੈਨੂੰ ਵੀ ਚੰਗਾ ਲੱਗਦਾ ਹੈ। ਤੇ ਪਰਮੇਸ਼ਵਰ ਨੂੰ ਚੰਗਾ ਕੀ ਲੱਗਾ? ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ। ਪੂਰੇ ਗੁਰੂ ਦੇ ਵਿੱਚ ਪਰਮੇਸ਼ਵਰ ਜੀ ਬਿਰਾਜਮਾਨ ਹੋ ਗਏ। ਹੁਣ ਗੁਰੂ ਨਹੀਂ ਬੋਲਦਾ ਪਿਆ, ਹੁਣ ਪਰਮੇਸ਼ਵਰ ਬੋਲਦਾ ਪਿਆ। ਤੇ ਪਰਮੇਸ਼ਵਰ ਬੋਲਿਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਹੁਣ ਸਿੱਖ ਨੂੰ ਵੀ ਚੰਗਾ ਲੱਗਾ ਅੰਮ੍ਰਿਤ ਵੇਲਾ। ਹੁਣ ਗੁਰੂ ਨੇ ਆਖਿਆ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਭਾਈ ਵਾਹਿਗੁਰੂ ਵਾਹਿਗੁਰੂ ਜਪੀ ਜਾ, ਜਪੀ ਜਾ। ਇਹ ਜਪਣਾ ਤੂੰ ਛੱਡੀ ਨਾ। ਗੁਰੂ ਨੂੰ ਚੰਗਾ ਲੱਗਾ, ਪਰਮੇਸ਼ਵਰ ਨੂੰ ਚੰਗਾ ਲੱਗਾ, ਹੁਣ ਸਿੱਖ ਨੂੰ ਵੀ ਚੰਗਾ ਲੱਗਣ ਲੱਗ ਪਿਆ। ਉਹ ਫਿਰ ਬੜਾ ਮਿੱਠਾ ਜਿਹਾ, ਬੜਾ ਸੁਖਮਈ ਜੀਵਨ ਸ਼ੁਰੂ ਹੋ ਜਾਂਦਾ ਹੈ। ਸਹਿਜ ਅਵਸਥਾ 'ਚ ਹੋ ਜਾਂਦਾ ਹੈ ਮਨੁੱਖ ਦਾ ਆਤਮਿਕ ਜੀਵਨ। ਉੱਥੇ ਫਿਰ ਕਾਹਲੀ ਨਹੀਂ ਰਹਿ ਜਾਂਦੀ, ਉੱਥੇ ਸਹਿਜ ਅਵਸਥਾ 'ਚ ਮਨੁੱਖ ਟਿਕ ਜਾਂਦਾ ਹੈ। ਗਰਮੀ ਹੋਵੇ, ਸਰਦੀ ਹੋਵੇ, ਕੁਝ ਵੀ ਮਹਿਸੂਸ ਨਹੀਂ ਹੁੰਦਾ। ਮਹਾਰਾਜ ਜੀ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਹਨ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਸਦਾ ਸਲਾਮਤ ਨਿਰੰਕਾਰ। हे ਮੇਰੇ ਮਾਲਕ ਜੀ, ਆਪ ਜੀ ਸਦੀਵ ਕਾਲ ਵਾਸਤੇ ਅਟਲ ਪਦਵੀ ਧਾਰਨ ਕਰੀ ਬੈਠੇ ਹੋ। ਆਪ ਜੀ ਕਦੀ ਵੀ ਮਰਦੇ ਨਹੀਂ ਹੋ। ਤੁਸੀਂ ਸਦਾ ਹੀ ਥਿਰ ਰਹਿਣ ਵਾਲੀ ਹਸਤੀ ਹੋ। ਤੇ ਕਿਰਪਾ ਕਰੋ, ਮੇਰੇ ਉੱਤੇ ਬਖਸ਼ਿਸ਼ ਕਰੋ ਤੇ ਮੈਂ ਵੀ ਤੁਹਾਡੀ ਇਸ ਹਸਤੀ ਦੇ ਵਿੱਚ ਆਪਣੀ ਹਸਤੀ ਮਿਟਾ ਕੇ ਜੋਤ ਸਵਰੂਪ ਹੋ ਜਾਵਾਂ। ਤੂੰ ਹੇ ਨਿਰੰਕਾਰ ਜੀ, ਸਦਾ ਸਲਾਮਤ ਨਿਰੰਕਾਰ। ਤੁਸੀਂ ਆਕਾਰ ਤੋਂ ਰਹਿਤ ਹੋ ਕੇ ਆਕਾਰ ਨੂੰ ਸਿਰਜ ਕੇ ਉਹਦੇ ਵਿੱਚ ਸਮਾਉਣ ਵਾਲੇ ਹੋ। ਤੇ ਦਇਆ ਕਰੋ, ਸਾਡੇ ਤੇ ਵੀ ਮਿਹਰ ਹੋ ਜਾਵੇ। ਬਾਕੀ ਦੀ ਵਿਚਾਰ ਅਸੀਂ ਕੱਲ੍ਹ ਕਰਾਂਗੇ ਜੀ। ਦਾਸ ਬੇਨਤੀ ਕਰੇ, ਆਪ ਜੀ ਤੇ ਅਸੀਂ ਸਾਰੇ ਜਦੋਂ ਅਸੀਂ ਗੁਰਬਾਣੀ ਦੀ ਕਥਾ ਜਾਂ ਫਿਰ ਕੀਰਤਨ ਜਾਂ ਢਾਡੀ ਵਾਰਾਂ ਜਾਂ ਕਵੀਸ਼ਰ ਵਾਰਾਂ ਜਾਂ ਫਿਰ ਕੋਈ ਵੀ ਧਾਰਮਿਕ ਐਕਟੀਵਿਟੀ ਦੇ ਵਿੱਚ ਹਿੱਸਾ ਲੈਂਦੇ ਹਾਂ ਤੇ ਪਰਪਸ ਸਿਰਫ ਇੱਕ ਹੁੰਦਾ ਹੈ। ਇਹ ਨਹੀਂ ਹੁੰਦਾ ਕਿ ਅਸੀਂ ਗਿਆਨ ਇਕੱਠਾ ਕਰਨਾ ਆ। ਪਰਪਸ ਇੱਕ ਹੁੰਦਾ ਆ, ਅਸੀਂ ਹੁਣ ਹਰ ਹਰ ਨਾਮ ਕਮਾਵਣਾ। ਅਸੀਂ ਹੁਣ ਨਾਮ ਧਨ ਇਕੱਠਾ ਕਰਨਾ ਹੈ। ਨਾਨਕ ਇਹੋ ਧਨ ਸਾਰ। ਅਸੀਂ ਬੰਦਗੀ ਵਿੱਚ ਜੁੜਨਾ ਸ਼ੁਰੂ ਹੋ ਜਾਈਏ, ਸਿਮਰਨ ਕਰਨਾ ਸ਼ੁਰੂ ਕਰ ਦਈਏ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸੱਚੇ ਪਾਤਸ਼ਾਹ ਜੀ ਦਾ ਇਹ ਹੀ ਹੁਕਮ ਹੈ। ਬੰਦਗੀ ਦੇ ਵਿੱਚ ਜੁੜ ਜਾਈਏ ਤੇ ਅਸੀਂ ਇਹ ਸਰੀਰ ਤਿਆਗਣ ਤੋਂ ਪਹਿਲਾਂ ਅਸੀਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਏ। ਸਾਡੇ ਵੱਸ ਦੀ ਗੱਲ ਨਹੀਂ ਹੈ ਲੀਨ ਹੋਣਾ, ਪਰ ਅਸੀਂ ਘੱਟੋ ਘੱਟ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਕੇ ਅਸੀਂ ਨਿਤਨੇਮ ਨਿਭਾਈਏ, 7 ਬਾਣੀਆਂ ਦਾ ਨਿਤਨੇਮ। ਤੇ ਫਿਰ ਭਾਵੇਂ ਅਸੀਂ ਕਿਰਤ ਵਿਰਤ ਕਰਦੇ ਹਾਂ, ਅਸੀਂ ਵਾਹਿਗੁਰੂ 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 ਜਪਦੇ ਰਹੀਏ ਜੀ। ਆਪ ਜੀ ਦਇਆ ਕਰਿਓ। ਆਓ ਅਸੀਂ 1 ਮਿੰਟ ਵਾਸਤੇ ਅਸੀਂ ਗੁਰਮੰਤਰ ਕਰੀਏ। ਗੁਰਮੁਖਾਂ ਨੇ ਹੁਕਮ ਕੀਤਾ ਸੀ ਗੁਰਮੰਤਰ ਕਰਨ ਦਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਆਜੋ ਵੈਪਲ ਜੀ। ਵਾਹਿਗੁਰੂ 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 ਵਾਹਿਗੁਰੂ।